ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV ਪੰਜਾਬ ਚਰਚਾ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਦੁਨੀਆ ਭਰ ਦੇ ਵਿੱਚ ਰਾਜਨੀਤੀ ਦਾ ਸਾਰਾ ਵਾਤਾਵਰਣ ਬਦਲ ਚੁੱਕਾ ਹੈ। ਕਹਿੰਦੇ ਨੇ ਕਿ ਹੁਣ ਰਾਜਨੀਤੀ ਖੇਡਣ ਦਾ ਇੱਕ ਨਵਾਂ ਤਰੀਕਾ ਹੈ। ਲੀਡਰਸ, ਪੋਲੀਟੀਕਲ ਲੀਡਰਸ ਇਹ ਰਾਜਨੀਤੀ ਨਹੀਂ ਖੇਡਦੇ। ਇਹਨਾਂ ਦੇ ਪਿੱਛੇ ਜੋ ਕਾਰਪੋਰੇਟਸ ਬੈਠੀਆਂ ਨੇ ਉਹਨਾਂ ਦੀ ਤਾਕਤ ਇਹ ਸਾਰੀ ਪੋਲੀਟੀਕਲ ਗੇਮ ਖੇਡਦੀ ਹੈ। ਇਹ ਐਕਸਪਰਟਸ ਦੀ ਰਾਏ ਹੈ। ਅੱਜ ਅਸੀਂ ਗੱਲਬਾਤ ਕਰਾਂਗੇ ਇਸ ਸਬਜੈਕਟ ਦੇ ਉੱਤੇ ਦੀ ਪੋਲਿਟਿਕਸ ਆਫ ਦੀ ਮੀਡੀਆ, ਕਿਉਂਕਿ ਮੀਡੀਆ ਦਾ ਭਰਪੂਰ ਇਸਤੇਮਾਲ ਹੁੰਦਾ ਹੈ ਰਾਜਨੀਤੀ ਦੇ ਖੇਲ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ, ਚਾਹੇ ਉਹ ਅਮਰੀਕਾ ਹੋਵੇ ਚਾਹੇ ਉਹ ਭਾਰਤ ਹੋਵੇ। ਸੋ ਇਸ ਬਾਰੇ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਪੋਲੀਟੀਕਲ ਐਨਾਲਿਸਟ ਜਗਰੂਪ ਸਿੰਘ ਸੇਖੋਂ। ਵੈਲਕਮ ਟੂ ਪੰਜਾਬ ਚਰਚਾ ਸੇਖੋਂ ਸਾਹਿਬ। ਸ਼ੁਕਰੀਆ ਜੀ। ਪੂਰੀ ਦੁਨੀਆ ਦੇ ਵਿੱਚ ਇਹ ਚਰਚਾ ਹੈ ਕਿ ਪੂਰੀ ਗੇਮ ਪਲਟ ਕੇ ਰੱਖ ਦਿੰਦਾ ਮੀਡੀਆ, ਚਾਹੇ ਉਹ ਅਮਰੀਕਾ ਦੀ ਧਰਤੀ ਹੋਵੇ ਚਾਹੇ ਉਹ ਭਾਰਤ ਦੀ ਧਰਤੀ ਹੋਵੇ। ਤੇ ਜਦੋਂ ਭਾਰਤ ਨੂੰ ਆਜ਼ਾਦੀ ਮਿਲਣ ਲੱਗੀ ਸੀ 1947 ਦੇ ਵਿੱਚ, ਉਦੋਂ ਸਰ ਵਿੰਸਟਨ ਐਸ ਚਰਚਿਲ ਜੋ ਪ੍ਰਾਈਮ ਮਿਨਿਸਟਰ ਰਹੇ ਨੇ ਯੂਨਾਈਟਿਡ ਕਿੰਗਡਮ ਦੇ ਦੋ ਵਾਰ 1940 ਤੋਂ 1945 ਤੇ 1951 ਤੋਂ 1955 ਤੱਕ, ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਸੀ, ਇਫ independence is granted to India, power will go to the hands of rascals, rogues, freebooters. All Indian leaders will be of low caliber and men of straw. They will have sweet tongues and silly hearts. They will fight amongst themselves for power, and India will be lost in political squabbles. A day would come when even air and water would be taxed in India. So ਇਹ ਉਹਨਾਂ ਦੀ ਸਟੇਟਮੈਂਟ ਸੀ। ਸੋ ਤੁਸੀਂ ਕਿੰਨਾ ਕੁ ਰਾਜ਼ੀ ਹੁੰਦੇ ਹੋ ਇਸ ਸਟੇਟਮੈਂਟ ਦੇ ਨਾਲ ਔਰ ਅੱਜ ਦਾ ਜੋ ਸਮਾਂ ਹੈ ਉਸ ਨੂੰ ਵੇਖਦੇ ਹੋਏ ਸੇਖੋ ਸਾਹਿਬ? ਦੇਖੋ, ਇਹ ਗੱਲ ਜਿਹੜੀ ਹੈਗੀ ਆ, ਸਾਨੂੰ ਜਿਹੜੀ ਸਟੇਟਮੈਂਟ ਸੀਗੀ ਇਹ ਬਿਟਵੀਨ ਦਾ ਲਾਈਨਸ ਦੇਖਣੀ ਪਊਗੀ ਜੀ। ਇਹ ਤਾਂ ਤੁਸੀਂ ਐਬਸੋਲੂਟਲੀ ਜਿਹੜਾ ਇਹਨੂੰ ਐਕਸੈਪਟ ਨਹੀਂ ਕਰ ਸਕਦੇ, ਆਊਟਰਾਈਟਲੀ ਤੁਸੀਂ ਇਹਨੂੰ ਰਿਜੈਕਟ ਨਹੀਂ ਕਰ ਸਕਦੇ ਜੀ। ਜਿਸ ਸਮੇਂ ਉਹਨਾਂ ਨੇ ਇਹ ਗੱਲ ਕਹੀ ਸੀਗੀ, ਉਹਨਾਂ ਨੇ ਐਂਟੀਸਪੇਟ ਕੀਤਾ ਸੀਗਾ ਕਿ ਜਿਹੜਾ ਖਾਸ ਕਰਕੇ ਜਿਹੜਾ ਡੈਮੋਕ੍ਰੈਟਿਕ ਪ੍ਰੋਸੈਸ ਹੈਗਾ ਜਾਂ ਜਿਸ ਕਿਸਮ ਦੀਆਂ ਇਹਦੀਆਂ ਐਂਗੂਲੇਟੀਜ਼ ਹੈਗੀਆਂ, ਡਾਇਵਰਸਿਟੀ ਹੈਗੀ ਆ, ਜਾਂ ਜਿਸ ਕਿਸਮ ਦਾ ਸੋਸ਼ਲ ਸਟਰਕਚਰ ਹੈ, ਚਾਹੇ ਬੈਕਵਰਡਨੈਸ ਹੈ, ਪਾਵਰਟੀ ਹੈ, ਨੌਨ ਲਿਟਰੇਸੀ ਹੈ, ਜਾਂ ਕਾਸਟਿਜ਼ਮ ਹੈ, ਜਾਂ ਇਸ ਕਿਸਮ ਦਾ ਫਿਊਡਲਿਜ਼ਮ ਹੈ, ਲੈਂਡ ਲਾਰਡਸ਼ਿਪ ਹੈ, ਜਾਂ ਜਿਹੜਾ 60 ਦੇ ਵਿੱਚ ਗੁਨਾਰ ਮੈਡਲ ਨੇ ਇੱਕ ਨਵੀਂ ਟਰਮ ਦਿੱਤੀ ਸੀ ਕਿ ਇੰਡੀਆ ਇੱਕ ਸੌਫਟ ਸਟੇਟ ਹੈਗੀ ਆ, ਜਿਹੜੀ ਫੈਸਲੇ ਤਾਂ ਲੈ ਲੈਂਦੀ ਆ ਪਰ ਇਹ ਬਹੁਤ ਲਾਗੂ ਨਹੀਂ ਇਹਦੇ ਵਿੱਚੋਂ ਹੁੰਦੇ। ਤੇ ਜਿੱਥੋਂ ਤੱਕ ਵਿੰਸਟਨ ਚਰਚਿਲ ਦੀ ਗੱਲ ਹੈਗੀ ਆ, ਜੇ ਅਸੀਂ ਹੁਣ ਦੇ ਕੰਟੈਕਸਟ ਦੇ ਵਿੱਚ ਦੇਖਦੇ ਆ ਤੇ ਲਾਰਜਲੀ ਜਿਹੜਾ ਹੈਗਾ ਵਾ ਉਹ ਕਾਫੀ ਹੱਦ ਤੱਕ ਉਹ ਠੀਕ ਉਹਨੂੰ ਮੰਨਿਆ ਜਾ ਸਕਦਾ। ਪਰ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ 47 ਤੋਂ ਲੈ ਕੇ 70 ਤੱਕ, ਜਾਂ ਖਾਸ ਕਰਕੇ ਕਹਿ ਲਈਏ ਕਿ ਨਹਿਰੂ ਦੇ ਸਮੇਂ ਤੱਕ ਜਿਹੜਾ ਸੀਗਾ, ਜਿਹੜੇ ਉਸ ਸਮੇਂ ਦੇ ਲੀਡਰ ਸੀਗੇ ਜਿਨ੍ਹਾਂ ਨੇ ਇੱਥੇ ਇੰਸਟੀਟਿਊਸ਼ਨਸ ਬਿਲਡ ਕੀਤੀਆਂ, ਇੰਸਟੀਟਿਊਸ਼ਨਸ ਕ੍ਰੀਏਟ ਕੀਤੀਆਂ, ਚਾਹੇ ਉਹ ਸੰਵਿਧਾਨ ਸੀਗਾ, ਚਾਹੇ ਉਹ ਪਲੈਨਿੰਗ ਕਮਿਸ਼ਨ ਸੀਗਾ, ਚਾਹੇ ਅੱਜ ਕੱਲ੍ਹ ਜਿਹੜਾ ਖਾਸ ਕਰਕੇ ਕੁਝ ਜਿਹੜੇ ਲੋਕੀ ਇਸਰੋ ਦੀਆਂ ਗੱਲਾਂ ਕਰਦੇ ਆ, ਇਹ ਸੰਸਥਾਵਾਂ ਬਣਾਉਣ ਵਾਲੇ ਸੀ। IIT ਸੀ ਉਹਦੇ ਵਿੱਚ, ਨਿਊਕਲੀਅਰ ਕਾਰਪੋਰੇਸ਼ਨ ਆਫ ਇੰਡੀਆ ਸੀਗੇ, ਮਾਡਰਨ ਟੈਂਪਲ ਜਿਨ੍ਹਾਂ ਨੂੰ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਡੈਮ ਜਿਹੜੇ ਸੀਗੇ ਮਾਡਰਨ ਟੈਂਪਲ ਹੋਣਗੇ। ਇਹ ਉਸ ਸਮੇਂ ਤੱਕ ਜਿਹੜੀ ਲੱਗਦਾ ਸੀ ਸਾਨੂੰ ਕਿ ਇਹ ਜਿਹੜੀ ਉਹਨਾਂ ਨੇ ਵਿੰਸਟਨ ਚਰਚਿਲ ਨੇ ਗੱਲ ਕਹੀ ਆ ਇਹ ਬਹੁਤ ਜ਼ਿਆਦਾ ਆਊਟ ਆਫ ਕੰਟੈਕਸਟ ਦੇ ਵਿੱਚੋਂ ਕਹੀ ਆ। ਪਰ ਜਿਉਂ-ਜਿਉਂ ਰਾਜਨੀਤੀ ਜਿਹੜੀ ਹੈਗੀ ਆ ਨੇ ਆਪਣੀ ਸ਼ੇਪ ਲਈ ਆ, ਰਾਜਨੀਤੀ ਜ਼ਿਆਦਾ ਖਾਨਦਾਨੀ ਹੋ ਗਈ ਆ। ਸਭ ਤੋਂ ਵੱਡਾ ਚੈਲੰਜ ਸੀਗਾ ਕਿ ਇੱਥੇ ਲੈਂਡ ਰਿਫਾਰਮ ਜਿਹੜਾ ਫਿਊਡਲ ਸਿਸਟਮ ਸੀ, ਸਟਰਕਚਰ ਸੀਗਾ, ਉਹਦੀ ਵਿਚਾਰਧਾਰਾ ਨੂੰ ਨਲੀਫਾਈ ਕਰਨ ਵਾਸਤੇ ਸਟੇਟ ਨੂੰ ਉਹਨੂੰ ਡਿਮੋਲਿਸ਼ ਕਰਨਾ ਚਾਹੀਦਾ ਸੀਗਾ। ਪਰ ਹੋਇਆ ਕੀ ਕਿ ਤਾਕਤ ਦੇ ਵਿੱਚ ਵੀ ਉਹੀ ਲੋਕ ਆਏ ਜਿਹੜੇ ਉਸ ਸਮੇਂ ਜ਼ਿਮੀਂਦਾਰ ਸੀਗੇ, ਉਸ ਸਮੇਂ ਜਗੀਰਦਾਰ ਸੀਗੇ, ਜਾਂ ਉਸ ਸਮੇਂ ਖਾਸ ਕਰਕੇ ਜੇ ਕਹਿ ਦਈਏ ਕਿ ਕਮਿਊਨਿਟੀ ਪਾਵਰ ਸਟਰਕਚਰ ਦੇ ਵਿੱਚ ਜਿਹਨਾਂ ਦੀ ਡੋਮੀਨੈਂਸ ਸੀ, ਚਾਹੇ ਜਾਤ ਦੇ ਤੌਰ ਦੇ ਉੱਤੇ, ਚਾਹੇ ਈਵਨ ਮੈਂ ਕਹਿੰਦਾ ਕਿ ਉਹਦੇ ਵਿੱਚੋਂ ਕਲਾਸ ਦੇ ਤੌਰ ਦੇ ਉੱਤੇ, ਧਰਮ ਦੇ ਤੌਰ ਤੇ ਵੀ ਕਿਹਾ ਜਾ ਸਕਦਾ ਟੂ ਸਮ ਐਕਸਟੈਂਟ। 70s ਤੋਂ ਬਾਅਦ ਜਦੋਂ ਖਾਸ ਕਰਕੇ ਇੰਦਰਾ ਗਾਂਧੀ ਦੇ ਆਉਣ ਤੋਂ ਬਾਅਦ ਰਾਜਨੀਤੀ ਨੇ ਇੱਕ ਵੱਖਰੀ ਸ਼ੇਪ ਲੈਣੀ ਸ਼ੁਰੂ ਕਰ ਦਿੱਤੀ। ਉਹ ਫਿਰ ਹੌਲੀ ਹੌਲੀ ਜਿਹੜੀ ਇਨਬਰੀਡਿੰਗ ਆ, ਜਿਹੜੀਆਂ ਗੱਲਾਂ ਉਹਨੇ ਕਹੀਆਂ ਵਾ ਕਿ ਇੱਕ ਇਹ ਟੱਬਰ ਦੇ ਵਿੱਚ ਚਲ ਗਈ, ਡੈਮੋਕ੍ਰੇਸੀ ਜਿਹੜੀ ਹੈਗੀ ਸੀ ਹੌਲੀ ਹੌਲੀ ਜਿਹੜੀ ਆ ਇਹ ਅਰਿਸਟੋਕ੍ਰੇਸੀ 'ਚ ਬਦਲ ਗਈ, ਇਹ ਫੈਮਿਲੀ ਜਿਹੜਾ ਬਿਜ਼ਨਸ ਬਣ ਗਿਆ, ਇਹ ਮਨੀ ਮਸਲ ਪਾਵਰ ਵਾਲੇ ਜਾਂ ਜਿਹੜੇ ਹੋਰ ਲੋਕ ਸੀਗੇ ਉਹਨਾਂ ਦੇ ਹੱਥਾਂ ਵਿੱਚ ਚਲੀ ਗਈ।
ਤਾਂ ਅਲਟੀਮੇਟਲੀ ਆਉਂਦਿਆਂ ਇਹ ਜਿਹੜਾ ਕ੍ਰਿਮੀਨਲ ਐਲੀਮੈਂਟ ਸੀਗਾ, ਕਿਉਂਕਿ ਸਾਰਾ ਜਿਹੜਾ ਮਾਸ ਮੋਬਿਲਾਈਜੇਸ਼ਨ ਦਾ ਜਿਹੜਾ ਸਿਸਟਮ ਸੀ ਇਲੈਕਸ਼ਨ ਦੇ ਵਿੱਚ, ਲੋਕਾਂ ਨੂੰ ਮੁੱਦਿਆਂ ਤੇ ਖੜੇ ਕਰਨ ਦੀ ਬਜਾਏ ਜਿਹੜਾ ਸੀਗਾ ਸਲੋਗਨ ਤੇ ਆ ਗਿਆ। ਕਿਸੇ ਸਮੇਂ ਦੇ ਵਿੱਚ ਗਰੀਬੀ ਹਟਾਓ ਦਾ ਸਲੋਗਨ ਚੱਲਿਆ, ਫਿਰ ਉਸ ਤੋਂ ਬਾਅਦ ਜਾਤ ਪਾਤ ਬੇਸਡ ਜਿਹੜੀਆਂ ਹੈਗੀਆਂ ਸੀਗੀਆਂ ਆਰਗੇਨਾਈਜੇਸ਼ਨਸ ਪਾਰਟੀਆਂ ਨੇ ਬਣਾਈਆਂ, ਉਹਦੇ ਉੱਤੇ ਲੋਕਾਂ ਨੂੰ ਮੋਬਿਲਾਈਜ਼ ਕੀਤਾ। ਫਿਰ ਵਿੱਚ ਜਿਹੜਾ ਸੀਗਾ ਮੰਦਰ ਵਾਲੀ ਰਾਜਨੀਤੀ ਲੈਣ ਦਿੱਤੀ, ਵਿੱਚੋਂ ਜਿਹੜੀ ਹੈਗੀ ਸੀ ਮੰਡਲ ਵਾਲੀ ਰਾਜਨੀਤੀ ਉਹਦੇ ਵਿੱਚੋਂ ਆ ਗਈ। ਔਰ ਇਸ ਤੋਂ ਬਾਅਦ ਜਿਹੜੇ ਪਾਵਰ ਦੇ ਵਿੱਚ ਲੋਕ ਆਏ ਆ, ਉਹਨਾਂ ਦੀ ਬੈਕਗਰਾਊਂਡ ਉਸ ਤਰੀਕੇ ਨਾਲ ਦੇਖੀ ਜਾਵੇ, ਔਰ ਖਾਸ ਕਰਕੇ ਜੇ ਹੁਣ FDR ਦੀ ਰਿਪੋਰਟ ਲਈ ਜਾਵੇ ਤਾਂ ਤੁਹਾਡੀ ਗੱਲ ਕਾਫੀ ਹੱਦ ਤੱਕ ਜਿਹੜੀ ਚਰਚਲ ਦੀ ਜਿਹੜੀ ਹੈਗੀ ਆ ਉਹ ਸਾਬਤ ਹੁੰਦੀ ਹੈ ਕਿ ਇਸ ਵੇਲੇ ਦੇਸ਼ ਜ਼ਿਆਦਾਤਰ ਜਿਹੜਾ ਹੈਗਾ ਵਾ ਉਹਨਾਂ ਲੋਕਾਂ ਦੇ ਹੱਥਾਂ ਦੇ ਵਿੱਚ ਆ ਜਿਨ੍ਹਾਂ ਬਾਰੇ ਵਿੰਸਟਨ ਚਰਚਲ ਨੇ ਉਸ ਵੇਲੇ ਗੱਲ ਇਹ ਕਹੀ ਸੀਗੀ। ਪਰ ਇਹਦੇ ਨਾਲ ਦੂਸਰਾ ਪਾਸਾ ਵੀ ਹੈਗਾ ਕਿ ਇਸ ਸਿਸਟਮ ਨੂੰ, ਇਸ ਡੈਮੋਕ੍ਰੇਸੀ ਨੂੰ ਬਹੁਤ ਵੱਡੇ ਚੈਲੰਜਸ ਆਏ। ਸਭ ਤੋਂ ਵੱਡਾ ਚੈਲੰਜ ਜਿਹੜਾ ਸੀਗਾ ਉਹ ਐਮਰਜੈਂਸੀ ਦੇ ਵਿੱਚ ਆਇਆ ਸੀਗਾ, ਔਰ ਜਿਸ ਤਰੀਕੇ ਲੋਕਾਂ ਨੇ ਉਹਨਾਂ ਨੂੰ ਰਿਸਪੌਂਡ ਕੀਤਾ, ਇੱਕ ਨਵੀਂ ਹੋਪ ਜਿਹੜੀ ਸੀਗੀ, ਜਿਹੜੀ ਸੈਕੰਡ ਫੇਜ਼ ਆਫ ਡੈਮੋਕ੍ਰੈਟਿਕ ਪ੍ਰੋਸੈਸ ਸ਼ੁਰੂ ਹੋਇਆ। ਇਸ ਤੋਂ ਬਾਅਦ ਜਿਹੜਾ ਚੈਲੰਜ ਵੱਡਾ ਆਇਆ ਵਾ ਉਹ ਪਿਛਲੇ 2014 ਤੋਂ ਬਾਅਦ, ਖਾਸ ਕਰਕੇ ਹੁਣ ਜਿਹੜਾ ਚੈਲੰਜ ਹੈ, ਸਭ ਤੋਂ ਵੱਡਾ ਚੈਲੰਜ ਡੈਮੋਕ੍ਰੇਸੀ ਨੂੰ ਆ, ਸਭ ਤੋਂ ਵੱਡਾ ਚੈਲੰਜ ਇੰਸਟੀਟਿਊਸ਼ਨਸ ਨੂੰ ਹੈ। ਤੁਸੀਂ ਦੇਖ ਲਓ ਕਿ ਕਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਬਦਲਿਆ ਜਾਂਦਾ ਹੈ, ਕਿਸ ਤਰੀਕੇ ਨਾਲ ਮੈਜੋਰਟੇਰੀਅਨ ਜਿਹੜਾ ਸਿਸਟਮ ਨੂੰ ਲਾਗੂ ਕੀਤਾ ਜਾਂਦਾ ਹੈ, ਕਿਸ ਤਰੀਕੇ ਦੇ ਨਾਲ ਨਫ਼ਰਤ ਪੈਦਾ ਕਰਨ ਵਾਲੇ ਜਾਂ ਨਫ਼ਰਤ ਫੈਲਾਉਣ ਵਾਲੇ ਜਾਂ ਜਿਨ੍ਹਾਂ ਦੇ ਉੱਤੇ ਬਹੁਤ ਸੀਰੀਅਸ ਕਿਸਮ ਦੇ ਕ੍ਰਾਈਮ ਹੈਗੇ ਆ। ਵੱਡੀ ਐਗਜ਼ਾਮਪਲ ਤੁਹਾਡੇ ਕੋਲ ਇੱਕ ਲਾਈਵ ਐਗਜ਼ਾਮਪਲ ਹੈਗੀ ਆ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੀ ਵਰਲਡ ਜਿਹੜੀ ਆਪਣੀ ਸੀਗੀ ਰੈਸਲਰ ਫੈਡਰੇਸ਼ਨ ਸੀਗੀ, ਉਹ ਇੱਕ ਜਿਉਂਦੀ ਜਾਗਦੀ ਤਸਵੀਰ ਹੈਗੀ ਆ ਰਾਜਨੀਤੀ ਦੀ, ਤੇ ਰਾਜਨੀਤੀ ਦੇ ਜਿਹੜੇ ਵਿੱਚ ਲੋਕ ਜਿਹੜੇ ਆ, ਜਿਹੜੇ ਸਾਡੇ ਭਾਗਿਆ ਦੇ ਵਿਧਾਤਾ ਹੈਗੇ ਆ, ਜਿਨ੍ਹਾਂ ਦੇ ਹੱਥ ਵਿੱਚ ਸਾਡੀ ਜਿਹੜੀ ਹੈਗੀ ਆ ਤਕਦੀਰ ਹੈ, ਇਹ ਇੱਕ ਨਹੀਂ ਹੈ। ਇਹ ਥੱਲਿਓਂ ਸ਼ੁਰੂ ਹੋ ਗਿਆ, ਇਹ ਪਿੰਡ ਦੀ ਪੰਚਾਇਤ ਤੋਂ ਸ਼ੁਰੂ ਹੋ ਗਿਆ, ਉਹਨੂੰ ਪੈਟਰੋਨਾਈਜ਼ ਕੀਤਾ। ਮੈਨੂੰ ਸਭ ਤੋਂ ਵੱਧ ਲੱਗਦਾ ਕਿ ਇਸ ਵੇਲੇ ਇਸ ਦੇਸ਼ ਦੇ ਲੋਕਾਂ ਦੇ ਸਭ ਤੋਂ ਵੱਡੇ ਦੁਸ਼ਮਣ ਜਿਹੜੇ ਹੈਗੇ ਆ, ਉਹ ਜਿਹੜੇ ਸਾਡੇ ਇਸ ਵੇਲੇ ਜਿਹਨਾਂ ਨੂੰ ਅਸੀਂ ਰਿਪਰੈਜ਼ੈਂਟੇਟਿਵ ਕਹਿੰਦੇ ਹਾਂ ਜੀ। ਹਰ ਔਗਣ, ਚਾਹੇ ਉਹ ਕਮਿਊਨਲਿਜ਼ਮ ਦਾ ਹੈ, ਚਾਹੇ ਉਹ ਕਰਪਸ਼ਨ ਦਾ ਹੈ, ਚਾਹੇ ਕ੍ਰਿਮੀਨੈਲਿਟੀ ਦਾ ਹੈ, ਚਾਹੇ ਨੌਨ ਲਿਟਰੇਸੀ ਦਾ ਹੈ, ਜਾਂ ਜਿਹੜੇ ਵੀ ਇੱਕ ਖਾਸ ਕਰਕੇ ਜਿਹੜੇ ਸੰਗੀਨ ਜਿਹੜੇ ਕ੍ਰਾਈਮ ਹੈਗੇ ਆ ਵੱਡੀ ਗਿਣਤੀ ਦੇ ਵਿੱਚ ਉਹ ਫੇਸ ਕਰ ਰਹੇ ਆ। ਔਰ ਇਹਦੇ ਨਾਲ ਇਸ ਵੇਲੇ ਜੋ ਹਾਲਾਤ ਪੈਦਾ ਹੋਏ ਆ, ਅਨਸਰਟਨਟੀ ਪੈਦਾ ਹੋਈ ਆ, ਭਰਾ ਨੂੰ ਭਰਾ ਨਾਲ ਲੜਾਉਣ ਵਾਲੀ ਰਾਜਨੀਤੀ ਪੈਦਾ ਹੋਈ ਆ, ਜਾਂ ਸਾਰੀਆਂ ਪਾਰਟੀਆਂ ਦਾ ਇੱਕੋ ਹੀ ਏਜੰਡਾ ਹੈ ਕਿ ਤਾਕਤ ਦੇ ਵਿੱਚ ਆ ਜਾਵੇ, ਕਿਉਂਕਿ ਰਾਜਨੀਤੀ ਹੁਣ ਜਿਹੜੀ ਹੈ ਇਹ ਧੰਦਾ ਬਣ ਗਈ ਆ, ਰਾਜਨੀਤੀ ਇਹ ਬਿਜ਼ਨਸ ਬਣ ਗਈ ਆ। ਕਿਸੇ ਸਮੇਂ ਦੇ ਵਿੱਚ ਬਿਜ਼ਨਸਮੈਨ ਜਾਂ ਸਮਗਲਰ ਜਾਂ ਪੈਸੇ ਵਾਲੇ ਜਾਂ ਕਾਸਟ ਦੇ ਲੀਡਰ ਜਾਂ ਕ੍ਰਿਮੀਨਲ ਜਿਹੜੇ ਸੀਗੇ, ਇਹ ਪੋਲੀਟੀਕਲ ਲੀਡਰਾਂ ਨੂੰ ਸਪੋਰਟ ਕਰਦੇ ਸੀਗੇ। ਹੌਲੀ ਹੌਲੀ ਉਹਨਾਂ ਨੇ ਆਪਣੇ ਆਪ ਜਿਹੜੀ ਆ ਉਹ ਲੀਡਰਾਂ ਨੂੰ ਬਾਹਰ ਕੱਢ ਕੇ ਉਹ ਆਪ ਉਹਦੇ ਜਿਹੜੇ ਹੈਗੇ ਆ ਉਹ ਲੀਡਰ ਬਣ ਗਏ। ਤੁਸੀਂ ਐਗਜ਼ਾਮਪਲ ਤੁਹਾਡੇ ਕੋਲ ਬਹੁਤ ਸਾਰੀਆਂ ਹੈਗੀਆਂ। ਔਰ ਇਸ ਕਰਕੇ ਮੈਂ ਇਸ ਵੇਲੇ ਲੱਗਦਾ ਕਿ ਇੰਡੀਆ ਦੇ ਵਿੱਚ ਜਿਹੜਾ ਡੈਮੋਕ੍ਰੈਟਿਕ ਪ੍ਰੋਸੈਸ ਹੈ ਉਹ ਕ੍ਰਾਸ ਰੋਡ ਦੇ ਉੱਤੇ ਆ, ਬਹੁਤ ਵੱਡਾ ਚੈਲੰਜ ਹੈਗਾ ਵਾ। ਔਰ ਇਹ ਲੋਕਾਂ ਨੇ ਦੇਖਣਾ, ਸਾਨੂੰ ਬਹੁਤ ਆਸ ਹੈਗੀ ਆ ਕਿ ਜਿਹੜੀ 2024 ਦੀ ਇਲੈਕਸ਼ਨ ਹੈਗੀ ਆ, ਇਹ ਲੋਕਾਂ ਨੇ ਡਿਸਾਈਡ ਕਰਨੀ, ਕਿਉਂਕਿ 2014 ਤੋਂ ਬਾਅਦ ਇੱਕ ਨਵਾਂ ਰਿਪਬਲਿਕ ਸ਼ੁਰੂ ਹੋਇਆ ਸੀਗਾ, ਇੱਕ ਨਵਾਂ ਜਿਹੜਾ ਡੈਮੋਕ੍ਰੇਸੀ ਦੀ ਜਿਹੜੀ ਪਰਿਭਾਸ਼ਾ ਨੂੰ ਕੀਤਾ ਗਿਆ ਸੀਗਾ। ਔਰ ਤੁਸੀਂ ਦੇਖਿਆ ਕਿ ਜਿਸ ਤਰੀਕੇ ਨਾਲ ਸਲੋਲੀ ਇੰਸਟੀਟਿਊਸ਼ਨਸ ਨੂੰ ਤਬਾਹ ਕਰਨ ਵਾਲੇ ਪਾਸੇ ਵੱਲ ਚੱਲੇ ਆ, ਚਾਹੇ ਐਜੂਕੇਸ਼ਨ ਇੰਸਟੀਟਿਊਸ਼ਨਸ ਹੈਗੀਆਂ, ਕਿਹੜਾ ਸਿਲੇਬਸ ਉਹਦੇ ਵਿੱਚ ਲਿਆਂਦਾ ਜਾਂਦਾ, ਕਿਹੜਿਆਂ ਨੂੰ ਐਜੂਕੇਸ਼ਨ ਮਿਨਿਸਟਰ ਬਣਾਇਆ ਜਾਂਦਾ ਵਾ, ਚਾਹੇ ਉਹ ਸੈਂਟਰ ਦੇ ਲੈਵਲ ਤੇ ਆ, ਚਾਹੇ ਉਹ ਸਟੇਟ ਲੈਵਲ ਦੇ ਉੱਤੇ ਆ, ਕਿਹੜਿਆਂ ਨੂੰ ਮੈਡੀਕਲ ਜਿਹੜਾ ਹੈਗਾ ਹੈਲਥ ਤੇ ਲਾਇਆ ਜਾਂਦਾ, ਜਾਂ ਕਿਸ ਕਿਸਮ ਦੀ ਰਾਜਨੀਤੀ ਉਹ ਕਰਦੇ ਆ, ਕਿੰਨਾ ਲੋਕਾਂ ਦੇ ਹੱਥਾਂ 'ਚ ਉਹ ਖੇਡਦੇ ਆ। ਮੈਨੂੰ ਲੱਗਦਾ ਕਿ ਇਹ ਸਾਡੇ ਸਾਰਿਆਂ ਲਈ ਬਹੁਤ ਵੱਡਾ ਚੈਲੰਜ ਹੈ। ਔਰ ਜੇ ਥੋੜ੍ਹਾ ਜਿਹਾ ਹੋਰ ਸਸਟੇਨ ਹੋ ਗਿਆ, ਅੱਗੇ ਚੱਲ ਗਿਆ, ਤੇ ਫਿਰ ਡੈਮੋਕ੍ਰੇਸੀ ਦਾ ਮੈਨੂੰ ਲੱਗਦਾ ਵੀ ਉਹਦੇ ਲਈ ਜਿਹੜਾ ਹੈਗਾ ਖਾਸਾ ਜਿਹੜਾ ਵੱਡਾ ਜਿਹੜਾ ਕ੍ਰਾਈਸਿਸ ਜਿਹੜਾ ਖੜਾ ਹੋਣ ਵਾਲਾ ਹੈ। ਤਾਂ ਇਸ ਕੌਨਟੈਕਸਟ ਦੇਖਿਆ ਜਾਵੇ ਕਿ ਜਿਹੜੀ ਪ੍ਰੈਜ਼ੈਂਟ ਰਾਜਨੀਤੀ ਨੂੰ ਦੇਖਿਆ ਜਾਵੇ, ਉਹਦੇ ਕੌਨਟੈਕਸਟ ਦੇ ਵਿੱਚ ਮੋਰ ਔਰ ਲੈਸ ਵਿੰਸਟਨ ਚਰਚਲ ਦੇ ਕਹੇ ਹੋਏ ਸ਼ਬਦ ਜਿਹੜੇ ਹੈਗੇ ਆ ਉਹ ਲਾਗੂ ਹੁੰਦੇ ਆ। ਹਰ ਜਨਰੇਸ਼ਨ ਡੈਮੋਕ੍ਰੇਸੀ ਨੂੰ ਆਪਣੇ ਮੁਤਾਬਿਕ ਪਰਿਭਾਸ਼ਿਤ ਕਰਦੀ ਹੈ, ਆਪਣੇ ਮੁਤਾਬਿਕ ਡੈਫੀਨੇਸ਼ਨ ਦਿੰਦੀ ਹੈ। ਕਿਸ ਦਿਸ਼ਾ ਵੱਲ ਲੈ ਕੇ ਜਾਣਾ ਡੈਮੋਕ੍ਰੇਸੀ ਨੂੰ, ਕੀ ਸਿੱਟੇ ਕੱਢਣੇ ਨੇ ਡੈਮੋਕ੍ਰੇਸੀ ਦੇ, ਹਰ ਜਨਰੇਸ਼ਨ ਆਪਣੀ ਲੋੜ ਦੇ ਮੁਤਾਬਿਕ ਇਹ ਤੈਅ ਕਰਦੀ ਹੈ। ਅਮਰੀਕਾ ਦੀ ਧਰਤੀ ਦੀ ਅਸੀਂ ਗੱਲ ਕੀਤੀ ਸ਼ੁਰੂਆਤ ਦੇ ਵਿੱਚ, ਉੱਥੇ ਵੀ ਮੀਡੀਆ ਦੇ ਉੱਤੇ ਇਲਜ਼ਾਮ ਲੱਗਦੇ ਰਹੇ, ਕਿਉਂਕਿ ਅਸੀਂ ਦੀ ਪੋਲਿਟਿਕਸ ਆਫ ਦ ਮੀਡੀਆ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ। ਅਮਰੀਕਾ ਦੀ ਧਰਤੀ ਦੇ ਉੱਤੇ ਵੀ ਜਦੋਂ ਬਿਲ ਕਲਿੰਟਨ ਪ੍ਰੈਜ਼ੀਡੈਂਟ ਸੀਗੇ ਅਮਰੀਕਾ ਦੇ, ਤਾਂ CNN ਨੂੰ ਕਿਹਾ ਜਾਂਦਾ ਸੀ ਕਲਿੰਟਨ ਨਿਊਜ਼ ਨੈਟਵਰਕ। ਸੋ
ਮੀਡੀਆ ਦਾ ਜੋ ਇਸਤੇਮਾਲ ਹੁੰਦਾ ਹੈ ਜਾਂ ਕਹੀਏ ਕਿ ਬੁਰਾ ਇਸਤੇਮਾਲ ਹੁੰਦਾ ਹੈ, ਆਪਣੀ ਜ਼ਰੂਰਤ ਦੇ ਮੁਤਾਬਿਕ ਕੋਈ ਵੀ ਪਾਰਟੀ ਮੀਡੀਆ ਨੂੰ ਆਪਣੇ ਮੁਤਾਬਿਕ ਢਾਲ ਕੇ ਆਪਣਾ ਪ੍ਰੋਪੇਗੈਂਡਾ ਕਰਦੀ ਹੈ, ਉਸ ਨੂੰ ਦੇਖਦੇ ਹੋਏ ਇੱਕ 4 ਪੁਆਇੰਟਸ ਦਿੰਦੇ ਨੇ ਐਕਸਪਰਟਸ, 4 ਚੈਪਟਰਸ, ਜਿਸ ਦੇ ਤਹਿਤ ਦੁਨੀਆ ਦੇ ਉੱਤੇ ਰਾਜ ਕੀਤਾ ਜਾਂਦਾ ਹੈ। ਇਹ ਹਰ ਦੇਸ਼ ਦੇ ਵਿੱਚ ਹੁੰਦਾ ਹੈ ਮੀਡੀਆ ਦਾ ਇਸਤੇਮਾਲ। ਸੇਖੋ ਸਾਹਿਬ, ਪਹਿਲਾ ਪੁਆਇੰਟ ਇਹ ਹੈ ਕਿ ਆਪਾਂ ਵੱਖ-ਵੱਖ ਪੁਆਇੰਟਸ ਨੂੰ ਸਾਈਡ ਬਾਏ ਸਾਈਡ ਔਰ ਸਟੈਪ ਬਾਏ ਸਟੈਪ ਆਪਾਂ ਡਿਸਕਸ ਕਰਨ ਲੱਗੇ ਹਾਂ। ਪਹਿਲਾ ਪੁਆਇੰਟ ਇਹ ਹੈ ਕਿ ਮੀਡੀਆ ਦੇ ਜ਼ਰੀਏ ਲੋਕਾਂ ਦਾ ਵਿਸ਼ਵਾਸ ਇੰਨਾ ਤੋੜ ਦਿਓ ਕਿ ਉਹ ਸੱਚਾਈ ਦੀ ਤਾਕਤ ਤੇ ਸ਼ੱਕ ਕਰਨਾ ਸ਼ੁਰੂ ਕਰ ਦੇਣ। ਸੇਖੋ ਸਾਹਿਬ, ਸ਼ਾਇਦ ਸਾਦਤ ਹਸਨ ਮੰਟੋ ਸਾਹਿਬ ਨੇ ਕਿਹਾ ਸੀਗਾ ਕਿ ਉਹਨੇ ਕੰਪੇਅਰ ਕੀਤਾ ਸੀਗਾ ਇੱਕ ਵਿਕਿਆ ਹੋਇਆ ਪੱਤਰਕਾਰ ਤੇ ਇੱਕ ਜਿਹੜਾ ਜਿਸਮ ਦਾ ਵਪਾਰ ਕਰਨ ਵਾਲੀ ਜਿਹੜੀ ਇੱਕ ਔਰਤ ਹੈਗੀ ਆ। ਪਰ ਉਹ ਕਹਿੰਦਾ ਸੀਗਾ ਕਿ ਇਹਦੇ ਵਿੱਚ ਜਿਹੜਾ ਜਿਸਮ ਦਾ ਵਪਾਰ ਕਰਨ ਵਾਲੀ ਔਰਤ ਵਾ ਉਹ ਜ਼ਿਆਦਾ ਰਿਸਪੈਕਟਫੁਲ ਆ ਇੱਕ ਵਿਕੇ ਹੋਏ ਪੱਤਰਕਾਰ ਨਾਲੋਂ ਜੀ। ਇਹ ਮੰਟੋ ਸਾਹਿਬ ਦੇ ਜਿਹੜੇ ਹੈਗੇ ਆ ਇਹ ਸ਼ਬਦ ਹੈਗੇ ਆ। ਇਹ ਨਹੀਂ ਕਿ ਮੀਡੀਆ ਜਿਹੜਾ ਹੈਗਾ ਵਾ ਹੁਣੇ ਹੀ ਇਸ ਤਰੀਕੇ ਨਾਲ ਹੋਇਆ। ਪੁਰਾਣੇ ਸਮਿਆਂ 'ਚ ਰਾਜੇ ਮਹਾਰਾਜੇ ਆਪਣੇ ਗੁਣਗਾਨ ਕਰਨ ਵਾਸਤੇ ਜਿਹੜੇ ਸੀ ਨਾ, ਇਹ ਸਾਰਾ ਮੀਡੀਆ ਯੂਜ਼ ਕਰਦੇ, ਸਾਰੇ ਕਰਦੇ ਆ। ਅਮਰੀਕਾ 'ਚ ਵੀ ਹੁੰਦਾ, ਇੱਥੇ ਵੀ ਹੁੰਦਾ, ਸਾਰੇ ਥਾਂ ਤੇ ਹੁੰਦਾ। ਪਤਾ ਨਹੀਂ ਇਹ ਕਿਉਂਕਿ ਮੀਡੀਆ ਨੂੰ ਚੌਥਾ ਸਤੰਭ ਕਿਹਾ ਗਿਆ ਵਾ। ਮੀਡੀਆ ਦਾ ਬਹੁਤ ਵੱਡਾ ਰੋਲ ਹੁੰਦਾ ਕਿ ਇਨਫੋਰਮੇਸ਼ਨ ਨੂੰ ਜਿਹੜਾ ਹੈਗਾ ਵਾ ਉਹ ਟਰਾਂਸਮਿਟ ਕਰਨਾ, ਲੋਕਾਂ ਦੀ ਜਿਹੜੀਆਂ ਐਸਪੀਰੇਸ਼ਨਸ ਹੈਗੀਆਂ, ਲੋਕਾਂ ਦੀਆਂ ਗੱਲਾਂ ਨੂੰ ਸਰਕਾਰ ਤੱਕ ਲੈ ਕੇ ਜਾਣਾ ਤੇ ਸਰਕਾਰ ਦੇ ਕੀਤੇ ਹੋਏ ਕੰਮਾਂ ਨੂੰ ਲੋਕਾਂ ਤੱਕ ਲੈ ਕੇ ਜਾਣਾ ਤੇ ਉਹਦੇ ਉੱਤੇ ਕਿੰਤੂ ਪਰੰਤੂ ਕਰਨਾ। ਇਸੇ ਤਰੀਕੇ ਨਾਲ ਲੋਕਾਂ ਦੀਆਂ ਚੁੱਕੀਆਂ ਹੋਈਆਂ ਮੰਗਾਂ ਨੂੰ ਉਹਦੇ ਉੱਤੇ ਵੀ ਕਿੰਤੂ ਪਰੰਤੂ ਕਰਨਾ, ਉਹ ਜਾਇਜ਼ ਹੈ ਨਹੀਂ ਜਾਇਜ਼ ਹੈ। ਇਹ ਲੋਕਾਂ ਨੂੰ ਰਾਜਨੀਤਿਕ ਤੌਰ ਤੇ ਚੇਤਨ ਕਰਨ ਦਾ, ਲਿਟਰੇਟ ਕਰਨ ਦਾ ਮੀਡੀਆ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ। ਇਹ ਤਾਂ ਇੱਕ ਆਪਾਂ ਥਿਓਰੈਟੀਕਲੀ ਪਾਰਟ ਉਹਦੇ ਵਿੱਚੋਂ ਅਸੀਂ ਦੇਖ ਲਈਏ ਕਿ ਇਹ ਹੈਗਾ। ਪਰ ਤੁਸੀਂ ਦੇਖੋ ਵੀ ਜਿਹੜੀ ਚੀਜ਼ ਧੰਦਾ ਬਣ ਜਾਂਦੀ ਆ ਇਸ ਵੇਲੇ, ਜਿਹੜਾ ਹੈਗਾ ਸਮਾਂ ਹੈਗਾ ਖਾਸ ਕਰਕੇ ਇਹ ਜਿਹਨੂੰ ਕਹਿ ਦਿੰਦੇ ਆ ਕਿ ਕਾਰਪੋਰੇਟਾਈਜੇਸ਼ਨ ਦਾ ਹੈ, ਸਮਾਨ ਵੇਚਣ ਦਾ ਸਮਾਂ ਹੈ। ਖਬਰਾਂ ਵੀ ਵਿਕਦੀਆਂ ਵਾ, ਖਬਰਾਂ ਪੈਸੇ ਨਾਲ ਵੀ ਵਿਕਦੀਆਂ ਵਾ, ਖਬਰਾਂ ਰੁਕਵਾਈਆਂ ਵੀ ਜਾਂਦੀਆਂ ਵਾ, ਖਬਰਾਂ ਲਗਵਾਈਆਂ ਵੀ ਜਾਂਦੀਆਂ ਵਾ। ਖਬਰਾਂ ਦੇ ਪਿੱਛੇ ਇੱਕ ਵਿਚਾਰਧਾਰਾ, ਮੈਂ ਨਹੀਂ ਕਹਿੰਦਾ ਵਿਚਾਰਧਾਰਾ ਖਤਮ ਹੁੰਦੀ ਆ, ਉਹ ਵਿਚਾਰਧਾਰਾ ਰਹਿਣੀ ਚਾਹੀਦੀ ਆ। ਪਰ ਜਿਸ ਸੰਸਥਾ ਦਾ ਜਿਹੜਾ ਰੋਲ ਹੈਗਾ ਉਹ ਜੇ ਉਹ ਰੋਲ ਪਲੇ ਕਰੇ ਤੇ ਉਹ ਵਿਚਾਰਧਾਰਾ ਜਿਹੜੀ ਮਰਜ਼ੀ ਲਈ ਫਿਰੇ। ਪਰ ਹੁੰਦਾ ਕੀ ਆ ਕਿ ਰੋਲ ਪਲੇ ਕਰਨ ਦੀ ਬਜਾਏ ਉਹ ਹੋਰ ਪਾਸੇ ਵੱਲ ਪੈ ਰਹੇ ਆ। ਮੀਡੀਆ ਵਾਲੇ ਲੋਕ ਜਿਹੜੇ ਰਾਜਨੀਤੀ 'ਚ ਜਾ ਰਹੇ ਆ, ਰਾਜਨੀਤੀ ਵਾਲੇ ਲੋਕ ਜਿਹੜੇ ਉਹ ਮੀਡੀਆ ਦੇ ਵਿੱਚ ਆ ਰਹੇ ਆ, ਔਰ ਲੋਕਾਂ ਨੂੰ ਉਹ ਇਨਫੋਰਮੇਸ਼ਨ, ਖਾਸ ਕਰਕੇ ਇਹ ਉਹਨਾਂ ਸਮਾਜਾਂ ਦੇ ਵਿੱਚ, ਉਹਨਾਂ ਸੁਸਾਇਟੀਜ਼ ਦੇ ਵਿੱਚ ਬਹੁਤ ਮਾਰੂ ਹੋ ਜਾਂਦੀ ਆ ਕਿ ਜਿੱਥੇ ਲੋਕਾਂ ਦੀ ਪੋਲੀਟੀਕਲ ਅਵੇਅਰਨੈਸ ਦਾ ਲੈਵਲ ਜਾਂ ਜਿਹੜੀਆਂ ਐਂਗੂਲੈਰਿਟੀਜ਼ ਹੈਗੀਆਂ, ਕਿਉਂਕਿ ਮਾਡਰਨ ਪੋਲਿਟਿਕਸ, ਮਾਡਰਨ ਜਿਹੜਾ ਸਿਸਟਮ ਹੈ ਬਹੁਤ ਕੰਪਲੈਕਸ ਵਾ। ਇਹਨੂੰ ਮੇਰੇ ਵਰਗਾ ਸਧਾਰਨ ਬੰਦਾ ਨਹੀਂ ਸਮਝ ਸਕਦਾ ਕਿ ਹੋ ਕੀ ਰਿਹਾ, ਪਰਦੇ ਦੇ ਪਿੱਛੇ ਕੀ ਹੋ ਰਿਹਾ, ਕੌਣ ਕਰ ਰਿਹਾ। ਕੀ ਇਹ ਲੋਕ ਡਿਸੀਜਨ ਲੈਂਦੇ ਆ ਕਿ ਚੁਣੇ ਹੋਏ ਐਮਐਲਏ ਜਾਂ ਐਮਪੀ ਜਿਹੜੇ ਹੈਗੇ ਆ ਇਹ ਫੈਸਲੇ ਲੈਂਦੇ ਆ, ਕਿ ਪਾਰਲੀਮੈਂਟ ਦੇ ਵਿੱਚ ਫੈਸਲੇ ਹੁੰਦੇ ਆ ਜਾਂ ਫੈਸਲੇ ਕਿਤੇ ਹੋਰ ਹੁੰਦੇ। ਇਹਨੂੰ ਸਮਝਣ ਵਾਸਤੇ ਮੀਡੀਆ ਦਾ ਬਹੁਤ ਵੱਡਾ ਜਿਹੜਾ ਉਹਦੇ ਵਿੱਚ ਰੋਲ ਹੈਗਾ। ਇਸ ਕਰਕੇ ਜਿੱਥੇ ਜਿੱਥੇ ਸਿਸਟਮ ਜਿੱਦਾਂ ਦਾ ਵੀ ਹੈਗਾ, ਹੋ ਇਹ ਰਿਹਾ ਵਾ ਕਿ ਇਸ ਵੇਲੇ ਪੋਲਿਟਿਕਸ ਇੰਨੀ ਕੰਪੀਟੀਟਿਵ ਹੋ ਗਈ ਆ। ਪੋਲਿਟਿਕਸ ਦੇ ਵਿੱਚ ਸਰਵਾਈਵ ਕਰਨਾ, ਜਿਹੜਾ ਖਾਸ ਕਰਕੇ ਜਿਹੜੇ ਆਲਰੇਡੀ ਰਾਜਨੀਤੀ ਦੇ ਵਿੱਚ ਵਾ, ਉਹਨਾਂ ਲਈ ਕਾਫੀ ਚੈਲੰਜਸ ਹੈਗੇ ਆ। ਉਹ ਆਪਣੇ ਤਰੀਕੇ ਦੇ ਨਾਲ ਮੀਡੀਆ ਨੂੰ ਜਿਹੜਾ ਹੈਗਾ ਉਹ ਮੈਨੇਜ ਕਰਨ ਦੀ ਕੋਸ਼ਿਸ਼ ਕਰਦੇ ਆ। ਦੂਸਰਾ ਹੈਗਾ ਕਿ ਰਿਸੋਰਸਿਸ ਬਹੁਤ ਜ਼ਿਆਦਾ ਸਿਸਟਮ ਦੇ ਕੋਲ। ਤੁਸੀਂ ਦੇਖੋ ਕਿ ਸਰਕਾਰਾਂ ਦੇ ਕੋਲ ਇਸ਼ਤਿਹਾਰ ਦੇਣ ਵਾਸਤੇ, ਪਿੱਛੇ ਦੇਖਿਆ ਹੋਣਾ ਤੁਸੀਂ ਜਲੰਧਰ ਦੇ ਵਿੱਚ ਇੱਕ ਬਹੁਤ ਵੱਡਾ ਮੀਡੀਆ ਹਾਊਸ ਵਾ, ਉਹਨੂੰ ਇਹ ਆਪਣਾ ਸ਼ਿਕਾਇਤ ਸੀ ਕਿ ਇਹ ਸਰਕਾਰ ਜਿਹੜੀ ਹੈਗੀ ਆ ਮੇਰੇ ਨਾਲ ਵਿਤਕਰਾ ਕਰਦੀ ਆ। ਔਰ ਉਹਨਾਂ ਨੇ ਇੱਕ ਬਹੁਤ ਸਾਰਾ ਆਪਣੇ ਤੌਰ ਦੇ ਉੱਤੇ ਇਕੱਠ ਵੀ ਕੀਤਾ ਇਸ ਤਰੀਕੇ ਦੇ ਉੱਤੇ। ਸਰਕਾਰਾਂ ਕੋਲ ਰਿਸੋਰਸਿਸ, ਦੂਸਰੇ ਜਿਹੜੇ ਖਾਸ ਕਰਕੇ ਜਿਹੜੇ ਗੁਣਗਾਨ ਵਾਲੇ ਹੈਗੇ ਆ ਉਹਨਾਂ ਕੋਲ ਰਿਸੋਰਸਿਸ ਟ੍ਰਾਂਸਫਰ ਹੁੰਦੇ ਆ। ਸੋ ਆਲ ਡਿਪੈਂਡਸ ਅਪੋਨ ਦੈਟ ਕਿ ਮੀਡੀਆ ਦੇ ਵਿੱਚ ਕੀ ਕੋਈ ਐਥਿਕ ਹੈਗੀ ਕਿ ਨਹੀਂ ਹੈਗੀ, ਜਾਂ ਕੋਈ ਰੈਗੂਲੇਟਰੀ ਬੋਡੀ ਹੈਗੀ ਕਿ ਨਹੀਂ ਹੈਗੀ। ਅਸੀਂ ਇਹ ਵੀ ਦੇਖਿਆ ਕਿ ਜਦੋਂ ਡੈਮੋਕ੍ਰੇਸੀ ਡਿਕਲਾਈਨ ਕਰਦੀ ਆ, ਉਹ ਸਿਰਫ ਇਸ ਕਰਕੇ ਨਹੀਂ ਕਰਦੀ ਵੀ ਇੱਕ ਡਿਕਟੇਟਰ ਆ ਗਿਆ ਜਾਂ ਇੱਕ ਪਾਰਟੀ ਦੀ ਐਬਸੋਲੂਟ ਮੈਜੋਰਟੀ ਆ। ਉਹ ਜਦੋਂ ਡਿਕਲਾਈਨ ਕਰਦੀ ਆ, ਉਹ 'ਚ ਸਾਰੇ ਜਿਹੜੀਆਂ ਹੋਰ ਇੰਸਟੀਟਿਊਸ਼ਨਸ ਹੈਗੀਆਂ ਉਹ ਵੀ ਥੱਲੇ ਆਉਂਦੀਆਂ ਵਾ। ਉਹਦੇ ਵਿੱਚ ਮੀਡੀਆ ਦਾ ਰੋਲ ਵੀ ਜਿਹੜਾ ਉਹਦੇ ਵਿੱਚ ਸਾਹਮਣੇ ਆ ਜਾਂਦਾ, ਯੂਜ਼ ਕਰਦੇ ਆ। ਪਰ ਡਿਪੈਂਡ ਕਰਦਾ ਹੈ ਕਿ ਲੋਕ ਨੂੰ ਕਿੱਦਾਂ ਰਿਸਪੌਂਡ ਕਰਦੇ ਆ। ਤੁਸੀਂ ਦੇਖਿਆ, ਮੈਂ ਫਿਰ ਐਗਜ਼ਾਮਪਲ ਦੇਣੀ ਚਾਹੁੰਦਾ ਵਾਂ ਕਿ 77 ਤੱਕ ਜਦੋਂ ਇਲੈਕਸ਼ਨ ਹੋਈ ਸੀ, 75 ਤੋਂ 77 ਤੱਕ, ਉਦੋਂ ਤੇ ਇੱਕੋ ਮੀਡੀਆ ਹੁੰਦਾ, ਸਰਕਾਰੀ ਮੀਡੀਆ ਹੁੰਦਾ ਸੀਗਾ। ਲੋਕੀ ਉਸ ਸਮੇਂ ਆਲਟਰਨੇਟਿਵ ਮੀਡੀਆ BBC ਦਾ ਰੇਡੀਓ ਸੁਣ ਲੈਂਦੇ ਸੀਗੇ। ਹੁਣ ਇਸ ਵੇਲੇ ਮੀਡੀਆ ਜਿਹੜਾ ਹੈਗਾ ਵਾ, ਭਾਵੇਂ ਉਹ ਜਿਸ ਤਰੀਕੇ ਦਾ ਮਰਜ਼ੀ ਗੁਣਗਾਨ ਕਰਦਾ, ਪਰ ਤੁਹਾਡੇ ਕੋਲ ਇੱਕ ਆਲਟਰਨੇਟਿਵ ਮੀਡੀਆ ਪੈਰਲਲ ਖੜਾ ਹੋ ਗਿਆ, ਜਿਹਨੂੰ ਅਸੀਂ ਸੋਸ਼ਲ ਮੀਡੀਆ ਕਹਿੰਦੇ ਹਾਂ। ਤੇ ਸੋਸ਼ਲ ਮੀਡੀਆ ਦੇ ਨਾਲ ਜਿਹੜੀ ਹੈਗੀ ਟਰਾਂਸਮਿਟ ਹੁੰਦੀ ਆ ਇਨਫੋਰਮੇਸ਼ਨ।
ਕਿਉਂਕਿ ਪੈਸੇ ਦਾ ਖੇਲ ਬਹੁਤ ਵੱਡਾ ਹੈਗਾ, ਰਿਸੋਰਸਿਸ ਦਾ ਖੇਲ ਬਹੁਤ ਵੱਡਾ ਹੈਗਾ, ਜਾਂ ਮੀਡੀਆ ਨੂੰ ਕਾਬੂ ਕਰਨ ਵਾਸਤੇ ਸਰਕਾਰਾਂ ਦੇ ਕੋਲ ਇੰਸਟਰੂਮੈਂਟਸ ਬਹੁਤ ਹੈਗੇ ਆ। ਇਸ ਕਰਕੇ ਉਹ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨੂੰ ਆਪਣੇ ਕਾਬੂ 'ਚ ਰੱਖਿਆ ਜਾਵੇ। ਪਰ ਮੈਂ ਬਾਰ-ਬਾਰ ਉਹੀ ਗੱਲ ਕਹੂੰਗਾ ਕਿ ਇਹਦੇ ਨਾਲ ਕਿਤੇ ਨਾ ਕਿਤੇ ਰੇ ਆਫ ਹੋਪ ਹੁੰਦੀ ਆ। ਤੁਸੀਂ ਦੇਖਿਆ ਹੋਣਾ, ਪਹਿਲੇ ਸਮੇਂ ਇੰਡੀਆ ਦੀ ਐਗਜ਼ਾਮਪਲ ਦਿੰਦੇ ਆ ਕਿ ਟੈਲੀਗ੍ਰਾਫ ਦੇ ਵਿੱਚ ਇੱਕ ਫਸਟ ਪੇਜ ਦੇ ਉੱਤੇ ਜਿਹੜਾ ਹੈਗਾ ਸੀਗਾ, ਉਹਦੇ ਉੱਤੇ ਬਹੁਤ ਵੱਡੀ ਇੱਕ ਜਿਹੜਾ ਹੈਗਾ ਸੀਗਾ ਉਹ ਲਾਇਆ ਸੀਗਾ, ਆਪਣਾ ਜਿਹੜਾ ਕਰੋਕੋਡਾਈਲ ਦੀ ਫੋਟੋ ਲਾ ਕੇ ਤੇ ਥੱਲੇ ਸਾਰਾ ਕੁਝ ਦਿੱਤਾ ਸੀ, ਬਾਕੀ ਬਲੈਂਕ ਸੀਗਾ। ਹੁਣ ਉਹ ਇੱਕ ਸਿੰਗਲ ਮੀਡੀਆ ਜਿਹੜਾ ਹੈਗਾ ਵਾ ਉਹ ਰਜਿਸਟ ਕਰ ਰਿਹਾ ਵਾ ਜੋ ਵੀ ਇੱਥੇ ਜਿਸ ਕਿਸਮ ਦੀ ਜਿਹੜੀ ਹੈਗੀ ਆ ਜਿਹੜੀ ਚੀਜ਼ਾਂ ਹੋ ਰਹੀਆਂ ਵਾ, ਜਿਹੜੀਆਂ ਉਹਨੂੰ ਲੱਗਦਾ ਕਿ ਲੋਕਾਂ ਦੇ ਹੱਕ ਦੇ ਵਿੱਚ ਨਹੀਂ ਹੈ। ਤੋ ਇਸ ਕਰਕੇ ਜਿੱਥੇ ਪੈਸਾ ਹੋ ਜਾਊਗਾ, ਲੋਕੀ ਟਰੈਪ ਹੁੰਦੇ ਆ, ਪ੍ਰੋਫੈਸ਼ਨਲ ਕਮਿਟਮੈਂਟ ਨਹੀਂ ਹੁੰਦੀ, ਲੋਕੀ ਰੋਟੀ ਰੋਜੀ ਦੇ ਤੌਰ ਦੇ ਉੱਤੇ ਜਾਂ ਲੋਕੀ ਹੋਰ ਚੀਜ਼ਾਂ ਸਾਹਮਣੇ ਰੱਖ ਕੇ, ਕਿਸੇ ਨੇ ਰਾਜਨੀਤੀ ਜਾਣਾ ਵਾ, ਕਿਸੇ ਨੇ ਕਿਸੇ ਦੇ ਨੇੜੇ ਜਾਣਾ ਵਾ, ਕਿਸੇ ਨੇ ਪੈਸੇ ਕਮਾਉਣੇ ਆ, ਕਿਸੇ ਨੇ ਬਲੈਕਮੇਲਿੰਗ ਕਰਨ ਵਾਲੀ ਹੈਗੀ ਆ, ਤੇ ਤੁਹਾਡੇ ਕੋਲ ਇੱਕ ਸਟਰੋਂਗ ਇੰਡੀਪੈਂਡੈਂਟ ਰੈਗੂਲੇਟਰੀ ਮੈਕੈਨਿਜ਼ਮ ਨਹੀਂ ਹੈਗਾ, ਤੇ ਫਿਰ ਤਾਂ ਇਹ ਸਰਕਾਰਾਂ ਦਾ ਜਿਹੜਾ ਹੈਗਾ ਹੱਥ ਠੋਕਾ, ਭਾਵੇਂ ਅਮਰੀਕਾ ਹੋਵੇ, ਚਾਹੇ ਇਹ ਹੋਵੇ, ਚਾਹੇ ਕੈਨੇਡਾ ਹੋਵੇ, ਚਾਹੇ ਇੰਗਲੈਂਡ ਹੋਵੇ, ਫਿਰ ਬਹੁਤਾ ਫਰਕ ਨਹੀਂ ਪੈਂਦਾ। ਸਿਰਫ ਰਿਲੇਟਿਵ ਹੁੰਦਾ, ਜਿੱਥੇ ਲੋਕ ਜ਼ਿਆਦਾ ਜਾਗਰੂਕ ਹੈਗੇ ਆ ਉੱਥੇ ਮੀਡੀਆ ਸਿੱਧੇ ਤੌਰ ਤੇ ਕੰਮ ਕਰਦਾ ਵਾ। ਜਿੱਥੇ ਸਾਡੇ ਵਰਗੇ ਦੇਸ਼ ਦੇ ਵਿੱਚ ਤਾਂ ਮੀਡੀਆ ਜਿਹੜਾ ਹੈਗਾ ਧਿਰ ਬਣ ਕੇ ਖਲੋਂਦਾ, ਧਿਰ ਬਣ ਕੇ ਕਰਦਾ ਵੀ ਉਹ ਸਵਾਲ ਉਹਨਾਂ ਨੂੰ ਪੁੱਛਦਾ ਵਾ ਜਿਹੜੇ ਸਰਕਾਰ ਨੂੰ ਸਵਾਲ ਪੁੱਛਦੇ ਆ, ਸਰਕਾਰ ਨੂੰ ਸਵਾਲ ਨਹੀਂ ਪੁੱਛਦੇ। ਇਸ ਕਰਕੇ ਇਹ ਬਹੁਤ ਹੀ ਇੱਕ ਚੈਲੰਜਿੰਗ ਸਿਚੁਏਸ਼ਨ ਜਿਹੜੀ ਆ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ, ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ, ਜਾਂ ਡੈਮੋਕ੍ਰੈਟਿਕ ਜਿਹੜੀ ਕੰਟੀਨਿਊਟੀ ਦੇ ਵਿੱਚ ਜਿਹੜੀ ਅਸੀਂ ਫੇਸ ਕਰ ਰਹੇ ਹਾਂ। ਜੀ ਸੇਖੋ ਸਾਹਿਬ, ਦੂਸਰਾ ਪੁਆਇੰਟ ਇਹ ਹੈ ਜਿਹਨੂੰ ਚੈਪਟਰ ਵਾਈਜ਼ ਹੀ ਆਪਾਂ ਕਹਾਂਗੇ ਕਿ ਦੂਸਰਾ, ਸਮਾਜ ਨੂੰ ਆਪਸ ਵਿੱਚ ਲੜਵਾ ਦਿਓ। ਜਦੋਂ ਲੋਕ ਇੱਕ ਦੂਸਰੇ ਨੂੰ ਇਨਸਾਨ ਸਮਝਣਾ ਬੰਦ ਕਰ ਦੇਣ ਤਾਂ ਹਿਊਮਨ ਰਾਈਟਸ ਤੁਹਾਡੇ ਲਈ ਪ੍ਰੋਬਲਮ ਨਹੀਂ ਬਣਦਾ। ਚੈਪਟਰ 2 ਹੈ ਜੀ ਸੇਖੋ ਸਾਹਿਬ। ਦੇਖੋ ਜੀ, ਹਿਊਮਨ ਰਾਈਟਸ ਜਿਹੜੀ ਗੱਲ ਆ ਨਾ, ਇਹ ਰੋਟੀ ਪਾਣੀ ਨਾਲ ਬਹੁਤ ਜੁੜੀ ਹੋਈ ਆ ਜੀ। ਸਾਡੇ ਵਰਗੇ ਦੇਸ਼ ਦੇ ਵਿੱਚ ਜਿੱਥੇ ਅਜੇ ਵੀ ਮਸਲਾ ਜਿਹੜਾ ਹੈਗਾ ਵਾ ਰੋਟੀ ਦਾ ਹੈ, ਪਾਣੀ ਦਾ ਹੈ, ਰੁਜ਼ਗਾਰ ਦਾ ਹੈ, ਵਿਦਿਆ ਦਾ ਹੈ, ਸਾਰਾ ਕੁਝ ਹੈ। ਇਸ ਕਰਕੇ ਇਹ ਸਵਾਲ ਜਿਹੜਾ ਇਹਨੂੰ ਹੋਰ ਤਰੀਕੇ ਨਾਲ ਦੇਖਣ ਦੀ ਲੋੜ ਹੈਗੀ ਆ ਜੀ। ਦੂਸਰਾ ਇਹ ਆ ਕਿ ਕੁਝ ਸਰਕਾਰਾਂ ਜਾਣ ਬੁੱਝ ਕੇ ਲੋਕਾਂ ਨੂੰ ਇਦਾਂ ਰੱਖਣੀਆਂ ਚਾਹੁੰਦੀਆਂ ਵਾ। ਤੁਸੀਂ ਲੜਦੇ ਕੌਣ ਆ? ਤੁਸੀਂ ਦੇਖੋ, ਜਦੋਂ ਆ ਲੜਾਈਆਂ ਹੁੰਦੀਆਂ, ਨੂਹ ਦੇ ਵਿੱਚ ਜਿਹੜੀ ਹੈਗੀ ਆ ਪਿੱਛੇ ਝਗੜਾ ਹੋਇਆ ਵਾ, ਵਿਕਟਮ ਕੌਣ ਬਣੇ ਆ? ਕਿਹੜੇ ਲੋਕ ਸੀ? ਉਹਨਾਂ ਦਾ ਪ੍ਰੋਫਾਈਲ ਤੁਸੀਂ ਸਾਡੇ ਦੇਸ਼ ਦੇ ਵਿੱਚ ਹਿਸਟਰੀ ਆਫ ਰਾਇਟਸ, ਦੰਗਿਆਂ ਦੀ ਇੱਕ ਬਹੁਤ ਵੱਡੀ ਫਰਿਸਤ ਹੈਗੀ ਆ। ਇੱਕ ਤਾਂ ਆਜ਼ਾਦੀ ਤੋਂ ਪਹਿਲਾਂ ਸੀਗੀ, ਉਦੋਂ ਚਲੋ ਅੰਗਰੇਜ਼ ਜ਼ਿੰਮੇਵਾਰੀ ਸੀ, ਆਜ਼ਾਦੀ ਤੋਂ ਬਾਅਦ ਵੀ ਬਹੁਤ ਵੱਡੀ ਫਰਿਸਤ ਹੈਗੀ ਦੰਗਿਆਂ ਦੀ ਜੀ। ਔਰ ਉਹ 'ਚ ਤੁਸੀਂ ਦੇਖੋ ਕਿ ਦੰਗੇ 'ਚ ਇਨਵੋਲਵ ਕੌਣ ਹੁੰਦਾ, ਦੰਗਾ ਕਰਦਾ ਕੌਣ ਆ? ਕਿ ਲੀਡਰ ਕਰਦੇ ਆ? ਇਹ ਕਰਵਾਏ ਜਾਂਦੇ ਆ। ਕਿਹਨਾਂ ਕੋਲ ਕਰਵਾਏ ਜਾਂਦੇ ਆ? ਜਿਨ੍ਹਾਂ ਨੂੰ ਇਸ ਤਰੀਕੇ ਨਾਲ ਮੈਨੇਜ ਕੀਤਾ ਜਾਂਦਾ ਜੀ। ਔਰ ਇਹ ਪੋਲੀਟੀਕਲ ਇੰਟਰਸਟ ਨੂੰ ਸਾਹਮਣੇ ਰੱਖ, ਹੁਣ ਤਾਂ ਨੰਗਾ ਚਿੱਟਾ ਹੋ ਰਿਹਾ ਨਾ, ਜਿਸ ਤਰੀਕੇ ਨਾਲ ਹੋ ਰਿਹਾ ਵਾ ਕਿ ਜੋ ਹਿੰਦੂ ਮੁਸਲਮਾਨਾਂ ਦੀ ਖੇਡ ਖੇਡੀ ਜਾ ਰਹੀ ਆ, ਜਾਂ ਜਿਸ ਤਰੀਕੇ ਦੇ ਨਾਲ ਸਾਰਾ ਵਰਤਾਰਾ ਹੋ ਰਿਹਾ, ਜਾਂ ਜਿਸ ਤਰੀਕੇ ਨਾਲ ਸਮਾਜ ਦੇ ਵਿੱਚ ਵੰਡੀਆਂ ਪਾਉਣ ਦੀ ਜਿਹੜੀ ਹੈਗੀ ਆ, ਦੇਖਿਆ ਹੋਣਾ ਕਿ ਗੱਲ ਕੀਤੀ ਜਾਂਦੀ ਆ, ਘਰਾਂ ਦੇ ਵਿੱਚ ਇਹ ਨਹੀਂ ਰਹਿਣੇ ਚਾਹੀਦੇ, ਮਹੱਲੇ ਆਪਾਂ ਉਹਨਾਂ ਨੂੰ ਵੱਖਰੇ ਮਹੱਲੇ ਕਰ ਰਹੇ ਹਾਂ। ਕਈ ਵਾਰੀ ਡਰ ਲੱਗਦਾ ਕਿ ਇਹ ਤਾਂ ਕਿਤੇ ਫਿਰ ਅਸੀਂ ਪੁਰਾਣੇ ਪਾਸੇ ਤਾਂ ਨਹੀਂ ਜਾ ਰਹੇ, ਕਿਤੇ ਹੋਣਾ ਨਹੀਂ ਕਿੱਦਾਂ। ਇਹ ਗੱਲ ਬਹੁਤ ਕਲੀਅਰ ਆ। ਅਸੀਂ 21st ਸੈਂਚੁਰੀ 'ਚ ਰਹਿ ਰਹੇ ਹਾਂ, ਅਸੀਂ ਇਹ ਦੁਨੀਆ ਦੇ ਜਿਹੜਾ ਹੈਗਾ ਟੋਟਲੀ ਐਕਸਪੋਜ਼ਡ ਹੈਗੇ ਹਾਂ, ਕਾਫੀ ਕੁਝ ਓਪਨਨੈਸ ਹੈਗਾ ਵਾ। ਪਰ ਜਿਹੜਾ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿਰਫ ਰਾਜਨੀਤੀ ਦੇ ਵਿੱਚ ਵੋਟਾਂ ਬਟੋਰਨ ਤੋਂ ਅਗਲੇ ਪਾਸੇ ਵਾਲਾ ਕੋਈ ਹੋਰ ਕੰਮ ਨਹੀਂ ਹੈ ਜੀ। ਸਟ੍ਰੈਸ ਕ੍ਰੀਏਟ ਕਰੋ, ਲੋਕਾਂ ਦਾ ਧਿਆਨ ਜਿਹੜਾ ਉਹ ਆਪਣੀ ਲਾਈਫ ਵਾਲੇ ਪਾਸੇ ਹੋ ਜਾਵੇ। ਤੁਸੀਂ ਦੇਖੋ, ਜਿੱਥੇ ਦੰਗੇ ਹੁੰਦੇ ਆ ਜਾਂ ਜਿੱਥੇ ਲੜਾਈਆਂ ਝਗੜੇ ਹੁੰਦੇ, ਇਨਸਿਕਿਉਰਿਟੀ ਹੁੰਦੀ ਆ, ਲੋਕੀ ਆਪਣੇ ਹੱਕਾਂ ਦੀ ਗੱਲ ਨਹੀਂ ਕਰਦੇ। ਹਿਊਮਨ ਰਾਈਟਸ ਵਾਇਲੇਟ ਹੁੰਦੇ ਆ। ਜਿੱਥੇ ਲੋਕਾਂ ਨੂੰ ਡਿਸਪਲੇਸ ਹੋਣਾ ਪੈਂਦਾ ਵਾ, ਘਰ ਛੱਡਣੇ ਪੈਂਦੇ ਆ, ਜਿੱਥੇ ਲੋਕਾਂ ਦੇ ਘਰ ਜਿਹੜੇ ਖਾਸ ਕਰਕੇ ਬਿਨਾਂ ਰੀਜ਼ਨ ਤੋਂ ਜਿਹੜੇ ਉਹ ਢਾਹ ਦਿੱਤੇ ਜਾਂਦੇ ਆ, ਜਾਂ ਜਿੱਥੇ ਇੱਕ ਜਿਹੜਾ ਖਾਸ ਕਰਕੇ ਸੰਵਿਧਾਨਕ ਵਿਵਸਥਾ ਹੋਣ ਦੇ ਬਾਵਜੂਦ ਵੀ ਡਿਸਕ੍ਰਿਮੀਨੇਸ਼ਨ ਹੈਗਾ। ਸਾਰੀਆਂ ਗੱਲਾਂ ਛੱਡ ਦਈਏ, ਜਿੱਥੇ ਲੋਕਾਂ ਦੇ ਮਨਾਂ 'ਚ ਇਨਸਿਕਿਉਰਿਟੀ ਹੈਗੀ ਆ ਕਿ ਮੈਂ ਇੱਕ ਮੇਰੀ ਪਾਰਟੀਕੂਲਰ ਆਇਡੈਂਟੀਟੀ ਹੈਗੀ ਆ, ਇਸ ਕਰਕੇ ਮੈਂ ਹਮੇਸ਼ਾ ਇਨਸਿਕਿਉਰ ਰਹੂੰਗਾ। ਜਿਹੜੇ ਬੰਦੇ ਦੀ ਜ਼ਿੰਦਗੀ ਇਨਸਿਕਿਉਰ ਹੋਊਗੀ, ਉਹ ਆਪਣੇ ਦੂਸਰੇ ਹੱਕਾਂ ਦੀ ਜਿਹੜੀ ਆ ਬਹੁਤੀ ਗੱਲ ਨਹੀਂ ਕਰ ਸਕਦਾ। ਤੋ ਇਸ ਕਰਕੇ ਸਰਕਾਰਾਂ ਦਾ ਇਹ ਆਮ ਤੌਰ ਤੇ ਏਜੰਡਾ ਰਹਿੰਦਾ ਵੀ ਇਦਾਂ ਦੀਆਂ ਸਿਚੁਏਸ਼ਨਸ, ਇਦਾਂ ਦਾ ਕੌਨਫਲਿਕਟ, ਇਦਾਂ ਦਾ ਜਿਹੜਾ ਹੈਗਾ ਰਾਮ ਰੌਲਾ ਖੜਾ ਕਰਦੇ ਰਹੋ, ਤਾਂ ਕਿ ਜਿਹੜੇ ਉਹਨਾਂ ਦੇ ਮੇਨ ਮੁੱਦੇ ਹੈਗੇ ਆ
ਰੋਟੀ ਪਾਣੀ ਦਾ ਮੁੱਦਾ ਹੈਗਾ, EMPLOYMENT ਦਾ ਮੁੱਦਾ ਹੈਗਾ ਵਾ, ਜਾਂ ਉਹਨਾਂ ਦੀ ਫੈਮਿਲੀ ਦੀ ਸਿਕਿਉਰਿਟੀ ਦੀ ਗੱਲ ਹੈਗੀ ਆ, ਇਹ ਸਾਰੇ ਮੁੱਦੇ ਲਾਂਭੇ ਹੋ ਕੇ ਉਹਦੇ ਵਿੱਚ ਹੀ ਆਪਸ ਵਿੱਚ ਹੀ ਜਿਹੜਾ ਹੈਗਾ ਉਹ ਲੱਗੇ ਰਹਿਣ, ਤਾਂ ਕਿ ਸਰਕਾਰਾਂ ਨੂੰ ਜ਼ਿੰਮੇਵਾਰ ਨਾ ਬਣਾ ਸਕਣ ਤੇ ਸਰਕਾਰਾਂ ਉਹਨਾਂ ਨੂੰ ਆਪਣੇ ਜਿਹੜੇ ਕੈਪਟਿਵ ਆਡੀਅנס ਜਿਹੜੀ ਹੈਗੀ ਆ ਜਾਂ ਕੈਪਟਿਵ ਵੋਟ ਬੈਂਕ ਜਿਹੜੀ ਆ ਉਹ ਬਣਾ ਕੇ ਰੱਖੇ। ਜੀ ਸੇਖੋ ਸਾਹਿਬ, ਇੱਕ ਚੈਪਟਰ 3 ਹੁਣ ਤੀਸਰਾ ਚੈਪਟਰ ਇਹ ਹੈ ਕਿ ਅਕਲਮੰਦਾਂ ਦਾ ਮੂੰਹ ਬੰਦ ਕਰਵਾਓ। ਲੋਕ ਐਕਸਪਰਟਸ ਦੀਆਂ ਗੱਲਾਂ ਸੁਣਨਾ ਬੰਦ ਕਰ ਦੇਣ ਤਾਂ ਲੋਕਾਂ ਨੂੰ ਢਾਲਣਾ ਆਸਾਨ ਹੁੰਦਾ ਹੈ। ਸੇਖੋ ਸਾਹਿਬ, ਜਦੋਂ ਪੜ੍ਹੇ ਲਿਖੇ ਮੰਤਰੀ, ਮੁੱਖ ਮੰਤਰੀ ਤੇ ਜਾਂ ਹੋਰ ਉਤਲੇ ਵੱਡੇ ਮੰਤਰੀ ਉਹ ਹੀ ਅਨਪੜ੍ਹ ਹੋਣਗੇ ਤੇ ਪੜ੍ਹਿਆ ਲਿਖਿਆ ਨੂੰ ਲਾਈਕ ਕਿੱਦਾਂ ਕਰਨਗੇ? ਬਿਲਕੁਲ। ਇਸ ਦੇਸ਼ ਦੇ ਵਿੱਚ 12 ਜਮਾਤਾਂ ਪੜ੍ਹਿਆ ਬੰਦਾ ਜੇ ਹਿਊਮਨ ਰਿਸੋਰਸ ਮਿਨਿਸਟਰ ਬਣ ਸਕਦਾ, ਜੀ 7 ਜਮਾਤਾਂ ਪੜ੍ਹਿਆ ਜੇ ਮੈਡੀਕਲ ਐਜੂਕੇਸ਼ਨ ਮਿਨਿਸਟਰ ਬਣ ਸਕਦਾ, ਜਾਂ ਇੱਕ ਪਤਾ ਨਹੀਂ, ਮੈਨੂੰ ਤਾਂ ਪਤਾ ਨਹੀਂ ਹੈ ਜਿਹੜੇ ਆ ਮੁੱਖ ਮੰਤਰੀ ਜਿਹੜੇ ਹੈਗੇ ਬਹੁਤੇ ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਹੈਗੀ ਕਿ ਨਹੀਂ ਹੈਗੀ ਉਹਨਾਂ ਦੀ, ਉਹ ਬਣ ਸਕਦੇ ਆ, ਜਾਂ ਮੰਤਰੀ ਬਣ ਸਕਦੇ ਆ। ਜਦੋਂ ਤੁਸੀਂ ਇਹਨਾਂ ਥਾਵਾਂ ਦੇ ਉੱਤੇ ਜਿਹੜੇ ਬੰਦੇ ਡਿਜ਼ਰਵ ਕਰਦੇ ਆ, ਜਦੋਂ ਤੁਸੀਂ ਇੱਕ ਸੀਨੀਅਰ ਅਫਸਰ ਦੀ ਥਾਂ ਦੇ ਉੱਤੇ ਇੱਕ ਹੌਲਦਾਰ ਨੂੰ ਚਾਹੇ ਸਿਪਾਹੀ ਨੂੰ ਮੰਤਰੀ ਬਣਾ ਦੋਗੇ ਤੇ ਅਫਸਰਾਂ ਨੂੰ ਬਾਹਰ ਜਿਹੜਾ ਭਾਵੇਂ MLA ਹੈਗੇ ਬਾਹਰਲੇ ਪਾਸੇ ਰੱਖ ਲਓਗੇ, ਜੀ ਇਹ ਏਜੰਡਾ ਹੈਗਾ, ਕਿਉਂਕਿ ਉਹਨਾਂ 'ਚ ਇੰਨੀ ਹੀਨ ਭਾਵਨਾਵਾਂ ਹੈਗੀ ਆ। ਉਹ ਨਹੀਂ, ਉਹ ਚਾਹੁੰਦੇ ਆ, ਉਹ ਇਸੇ ਕਰਕੇ ਉਹ ਤਾਕਤ ਦੇ ਨਾਲ ਸਲੂਟ ਮਰਾਉਣਾ ਚਾਹੁੰਦੇ ਆ। ਉਹਨਾਂ ਕੋਲ ਲੈਸਟੀਮੇਸੀ ਨਹੀਂ ਹੈਗੀ। ਉਹ ਜਦੋਂ ਤਾਕਤ ਤੋਂ ਬਾਹਰ ਹੁੰਦੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ, ਪਰ ਜਦੋਂ ਤਾਕਤ ਦੇ ਵਿੱਚ ਹੁੰਦੇ ਆ ਬਹੁਤ ਇਨਸਿਕਿਉਰ ਰਹਿੰਦੇ ਆ ਕਿ ਇਹ ਜਿਹੜਾ ਸਿਆਣਾ ਬੰਦਾ ਨਾ ਗੱਲ ਕਰ, ਜਿਹੜਾ ਲੈਵਲ ਹੁੰਦਾ, ਜੇ ਕੋਈ ਮੰਤਰੀ, ਮੁੱਖ ਮੰਤਰੀ ਜਾਂ ਜਿਹੜਾ ਹੋਰ ਮੰਤਰੀ ਹੈਗਾ ਉਹਦਾ ਲੈਵਲ ਪਿੰਡ ਦਾ ਲੈਵਲ ਆ ਜਾਂ ਤਹਿਸੀਲ ਦਾ ਲੈਵਲ ਆ, ਉਹ ਚਾਹੂਗਾ ਕਿ ਮੇਰੇ ਆਲੇ ਦੁਆਲੇ ਪਿੰਡ ਦੇ, ਪੰਚਾਇਤ ਦੇ, ਤਹਿਸੀਲ ਵਾਲੇ ਬੰਦੇ ਰਹਿਣ, ਉਹ ਦੂਸਰੇ ਬੰਦੇ ਨਾ ਆਉਣ। ਜਾਂ ਜਿਹੜਾ ਹੋਰ ਬੰਦਾ ਹੈਗਾ ਜਿਹੜਾ ਆਪ ਇਹਨਾਂ ਅਥਾਰਟੇਰੀਅਨ ਹੋਵੇ, ਉਹਨੂੰ ਲੱਗਦਾ ਵੀ ਜਿਹੜੀ ਆਰਗੂਮੈਂਟ ਵਾਲੀ ਗੱਲ ਵਾ, ਰਿਸਰਚ ਵਾਲੀ ਗੱਲ ਜਿਹੜੀ ਹੈਗੀ ਆ, ਇਹ ਮੈਨੂੰ ਵਾਰਾ ਨਹੀਂ ਖਾਂਦੇ। ਖਾਸ ਕਰਕੇ ਹੋ ਰਿਹਾ ਜਿਸ ਤਰੀਕੇ ਨਾਲ ਰਿਸਰਚ ਆਰਗੇਨਾਈਜੇਸ਼ਨ ਨੂੰ ਟਾਰਗੇਟ ਕੀਤਾ ਜਾਂਦਾ ਵਾ, ਉਹਨਾਂ ਦੇ ਉੱਤੇ ਸਾਰਾ ਕੁਝ ਕੀਤਾ ਜਾਂਦਾ ਵਾ, ਉਹ ਸਾਰਾ ਵਰਤਾਰਾ ਉਹਦੇ ਵਿੱਚੋਂ ਹੁੰਦਾ। ਇਹ ਡਿਪੈਂਡ ਉੱਤੇ ਕਰਦਾ। ਇਸੇ ਕਰਕੇ ਇੱਥੇ ਸਾਡੇ ਦੇ ਵਿੱਚ ਜਿਹੜੀਆਂ ਡਿਵੈਲਪ ਸਿਸਟਮਸ ਹੈਗੇ ਉਹਨਾਂ 'ਚ ਫਰਕ ਹੈਗਾ ਵਾ। ਅਮਰੀਕਾ ਦੇ ਵਿੱਚ ਜਿਹੜੇ ਵੀ ਉਹਨਾਂ ਨੇ ਲਾਉਣੇ ਆਪਣੇ ਦੂਸਰੇ ਸੈਕਟਰੀ ਆਫ ਸਟੇਟਸ ਲਾਉਣੇ ਆ, ਉਹ ਉਸ ਡਿਸਿਪਲਿਨ 'ਚੋਂ ਲੈ ਕੇ ਆਉਣੇ ਆ। ਜੇ ਸੈਕਟਰੀ ਆਫ ਸਟੇਟ ਹੋਊਗਾ, ਫੋਰਨ ਮਿਨਿਸਟਰ ਹੋਊਗਾ, ਤੇ ਕਿਸੇ ਟੌਪ ਦੀ ਯੂਨੀਵਰਸਿਟੀ ਦਾ ਇੰਟਰਨੈਸ਼ਨਲ ਰਿਲੇਸ਼ਨਸ ਦਾ ਜਿਹੜਾ ਹੈਗਾ ਵਾ ਉਹ ਪ੍ਰੋਫੈਸਰ ਹੋਊਗਾ। ਜਿਹੜਾ ਫਾਈਨਾਂਸ ਮਿਨਿਸਟਰ ਹੋਊਗਾ ਉਹ ਉਸ ਫਾਈਨਾਂਸ ਡਿਪਾਰਟਮੈਂਟ ਦਾ ਜਿਹੜਾ ਹੈਗਾ ਵਾ ਕੋਈ ਟੌਪ ਦਾ ਇੱਕ ਉਹ ਬੰਦਾ ਜਿਹੜਾ ਨੌਚ ਹੋਊ ਉਹਦੇ ਵਿੱਚੋਂ। ਇਸ ਤਰੀਕੇ ਹੈਲਥ ਵਾਲਾ ਹੋਊਗਾ। ਪਰ ਸਾਡੇ ਦਾ ਫ੍ਰੀ ਫਾਰ, ਸਾਡੇ ਤਾਂ ਲਾਇਲਟੀ ਵਾਲਾ ਪਾਸਾ। ਤੋ ਇਸ ਕਰਕੇ ਢਾਂਚੇ ਦੇ ਵਿੱਚ ਆ, ਕੱਲ੍ਹ ਨੂੰ ਪੜ੍ਹੇ ਲਿਖੇ ਲੋਕ ਉੱਤੇ ਆ ਜਾਣ, ਚੰਗੇ ਬੰਦੇ ਆ ਜਾਣ, ਐਜੂਕੇਟਡ ਆ ਜਾਣ, ਲਿਟਰੇਟ ਲੋਕ ਆ ਜਾਣ, ਤੇ ਉਹ ਨੈਚੁਰਲੀ ਉਹ ਪ੍ਰੈਫਰ ਕਰਨਗੇ ਕਿ ਸਾਡੇ ਕੋਲ ਲਿਟਰੇਟ ਬੰਦੇ ਆਉਣ। ਤੋ ਇਸ ਵੇਲੇ ਇੰਡੀਆ ਦੇ ਵਿੱਚ ਜਾਂ ਸਾਡੀਆਂ ਸਟੇਟਾਂ ਦੇ ਵਿੱਚ ਇਹ ਸਿਚੁਏਸ਼ਨ ਹੈਗੀ ਆ ਕਿ ਜਿਹੜੇ ਬੰਦਿਆਂ ਕੋਲ ਤਾਕਤ ਹੈਗੀ ਆ, ਇਸੇ ਕਰਕੇ ਤੁਸੀਂ ਆਪਾਂ ਦੇਖ ਵੀ ਰਹੇ ਨਾ ਕਿ ਸਿਆਣਾ ਬੰਦਾ ਤਾਕਤ ਵਾਲੇ ਪਾਸੇ ਆਉਂਦਾ ਨਹੀਂ ਗਾ। ਜਿਹੜਾ ਚਰਚਲ ਨੇ ਗੱਲ ਕਹੀ ਸੀਗੀ ਵੀ ਇਹ ਤਾਕਤ ਕਿਹਨਾਂ ਦੇ ਹੱਥਾਂ ਜਾਊਗੀ, ਇਸ ਵੇਲੇ ਤਾਂ ਉਹਨਾਂ ਦੇ ਹੱਥਾਂ ਦੇ ਵਿੱਚ ਆ। ਕਿੱਦਾਂ ਦੇ ਜੁਗਾੜ ਹੁੰਦੇ ਆ, ਕਿਸ ਕਿਸਮ ਦੇ ਸਾਧਨ ਵਰਤੇ ਜਾਂਦੇ ਆ, ਕਿਸ ਤਰੀਕੇ ਦੇ ਨਾਲ ਇਹ ਕਿਸੇ ਵੀ ਲੈਵਲ ਤੱਕ ਜਾ ਸਕਦੇ ਆ। ਉੱਥੋਂ ਵੀ ਜਿਹੜਾ ਆਮ ਬੰਦਾ ਹੁੰਦਾ, ਜਿਹੜਾ ਪੜ੍ਹਿਆ ਲਿਖਿਆ ਬੰਦਾ ਹੁੰਦਾ, ਸਿਆਣਾ ਹੁੰਦਾ, ਕਿ ਚਲੋ ਕਿਸੇ ਯੂਨੀਵਰਸਿਟੀ ਦੇ ਵਿੱਚ ਕੋਈ ਫੋਰਨ ਯੂਨੀਵਰਸਿਟੀ ਪੜ੍ਹਾਉਂਦਾ ਵਾ, ਕੋਈ ਏਮਸ ਦਾ ਡਾਕਟਰ ਵਾ, ਡਾਇਰੈਕਟਰ ਵਾ, ਉਹ ਵਿਡਰਾਅ ਕਰ ਜਾਂਦਾ ਉਹਦੇ ਵਿੱਚੋਂ ਬਣ ਕੇ। ਇਸ ਕਰਕੇ ਇਸ ਵੇਲੇ ਅਕਲਮੰਦਾਂ ਦੀ ਕੋਈ ਲੋੜ ਨਹੀਂ ਹੈ। ਅਕਲਮੰਦ ਠੀਕ ਆ, ਆਪਣੇ ਤਰੀਕੇ ਨਾਲ ਜੋ ਥੋੜ੍ਹਾ ਬਹੁਤਾ ਲਿਖ ਸਕਦੇ ਆ, ਪੜ੍ਹ ਸਕਦੇ ਆ, ਲੋਕਾਂ ਨਾਲ ਰਾਬਤਾ ਕਰਕੇ। ਇਹ ਜਿਹੜੇ ਬੇਅਕਲੇ ਲੋਕ ਜਿਹੜੇ ਆ ਬਹੁਤੇ, ਜਿਹਨਾਂ ਕੋਲ ਤਾਕਤ ਆਈ ਆ, ਕੋਸ਼ਿਸ਼ ਕਰ ਰਹੇ ਲੋਕ ਵੀ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਇਲੈਕਸ਼ਨਾਂ 5 ਸਾਲਾਂ 'ਚ 3 ਵਾਰੀ ਹੁੰਦੀਆਂ, 3 ਵਾਰੀ ਲੋਕਾਂ ਨੂੰ ਮੌਕਾ ਮਿਲਦਾ। ਤਾਂ ਮੈਨੂੰ ਲੱਗਦਾ ਵੀ ਜਿਹੜੇ ਪੜ੍ਹੇ ਲਿਖੇ ਆ ਜਾਂ ਜਿਹੜੇ ਸਿੰਸੀਅਰ ਲੋਕ ਆ, ਉਹ ਪੜ੍ਹੇ ਲਿਖੇ ਨਹੀਂ ਕਿ ਜਿਹੜੇ ਤਾਕਤ ਦੇ ਕੋਲ ਜਾਣਾ ਚਾਹੁੰਦੇ ਆ ਜਾਂ ਉਹ ਇੰਜੋਏ ਕਰਨ ਚਾਹੁੰਦੇ, ਉਹ ਪੜ੍ਹੇ ਲਿਖੇ ਜਿਹੜੇ ਰੀਅਲੀ ਚਾਹੁੰਦੇ ਆ ਕਿ ਸਾਡਾ ਸਮਾਜ ਠੀਕ ਹੋਵੇ, ਡੈਮੋਕ੍ਰੈਟਿਕ ਸਿਸਟਮ ਠੀਕ ਹੋਵੇ। ਉਹਨਾਂ ਨੂੰ ਚਾਹੀਦਾ ਕਿ ਲੋਕਾਂ ਦੇ ਨਾਲ ਜੁੜ ਕੇ ਉਹਨਾਂ ਨੂੰ ਅਵੇਅਰ ਕਰਾਉਣ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਥਾਂ ਦੇ ਉੱਤੇ ਜਿਹੜਾ ਅਸੀਂ ਚੰਗੇ ਪੜ੍ਹੇ ਲਿਖੇ, ਸਿਆਣੇ, ਸਮਝਦਾਰ, ਬੁੱਧੀਵਾਨ, ਲੌਂਗ ਟਰਮ ਪਰਸਪੈਕਟਿਵ ਵਾਲੇ, ਇਹ ਨਹੀਂ ਹੈਗਾ ਵੀ ਨੱਕ ਨੂੰ ਲਾ ਕੇ ਗਲ ਦੇ ਨਾਲ ਲਾਲੀ ਦੇ ਲਾ ਕਰਤਾ। ਸਟੇਟ ਤੇ ਸਟੇਜ ਦੇ ਵਿੱਚ ਫਰਕ ਹੈਗਾ ਵਾ ਜੀ। ਸਟੇਟ ਹੈਗੀ ਆ, ਇਹਦੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਹੁੰਦੀ ਹੈ, ਇਹਦੀਆਂ ਬਹੁਤ ਕੰਪਲੈਕਸਿਟੀਜ਼ ਹੁੰਦੀਆਂ ਵਾ, ਇਹਦੀਆਂ ਬਹੁਤ ਜ਼ਿਆਦੀਆਂ ਜਿਹੜੀਆਂ ਡਿਮੈਂਸ਼ਨਸ ਹੁੰਦੀਆਂ ਵਾ। ਸਟੇਜ ਤੇ ਥੋੜੇ ਸਮੇਂ ਦੀ ਲੱਗਦੀ, ਉੱਥੇ ਜਿਹਨੂੰ ਮਰਜ਼ੀ ਆਪਾਂ ਐਂਟਰਟੇਨ ਵੀ ਕਰ ਸਕਦੇ ਹਾਂ, ਜਿੱਥੇ ਮਰਜ਼ੀ ਕੋਈ ਡੁਬਰੀ ਵਜਾ ਲਏ, ਕੋਈ ਚੁਟਕਲਾ ਸੁਣਾ ਲਏ, ਕੋਈ ਹੋਰ ਕੰਮ ਕਰ ਲਵੇ। ਪਰ ਸਟੇਟ ਨੂੰ ਮੈਨੇਜ ਕਰਨ ਵਾਸਤੇ ਤੁਹਾਨੂੰ ਕੋਲ ਸਟੇਟਸਮੈਨਸ਼ਿਪ ਚਾਹੀਦੀ ਹੈ। ਜੀ ਸੇਖੋ ਸਾਹਿਬ, ਹੁਣ ਇੱਕ ਆਖਰੀ ਪੁਆਇੰਟ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਪੋਲਿਟਿਕਸ ਦਾ ਸਾਰਾ ਟ੍ਰੈਂਡ ਬਦਲ ਚੁੱਕਾ,
ਕਹਿੰਦੇ ਨੇ ਕਿ ਅੱਗੇ ਤਾਂ ਪੋਲੀਟੀਕਲ ਲੀਡਰਸ ਦਿਖਾਈ ਦਿੰਦੇ ਨੇ, ਉਹ ਸਿਰਫ ਦਿਖਾਈ ਦਿੰਦੇ ਨੇ, ਪਿੱਛੇ ਤੇ ਕਾਰਪੋਰੇਟਸ ਬੈਠੀਆਂ ਹੋਈਆਂ ਜਿੱਦਾਂ ਦਾ ਉਹ ਖੇਡ ਰਚਨਾ ਚਾਹੁੰਦੀਆਂ ਨੇ, ਖੇਡਣਾ ਚਾਹੁੰਦੀਆਂ ਨੇ, ਉਹੀਓ ਕਰਦੀਆਂ ਨੇ, ਸਾਰੇ ਫੈਸਲੇ ਉਹਨਾਂ ਦੇ ਹੁੰਦੇ ਨੇ। ਇਸ ਤਰ੍ਹਾਂ ਐਕਸਪਰਟਸ ਦੀ ਰਾਏ ਬਣਦੀ ਆ। ਤਾਂ ਉਹ ਕਹਿੰਦੇ ਨੇ ਕਿ ਅਨੁਸ਼ਾਸਨ ਜਾਂ ਡਿਸਪਲਿਨ ਕਾਇਮ ਕਰਨ ਦਾ ਧੋਖਾ ਦੇ ਕੇ ਆਪਣਾ ਕੈਂਡੀਡੇਟ ਇਲੈਕਟ ਕਰਵਾਓ, ਕੋਈ ਸਮਾਰਟ ਬੰਦਾ, ਕੋਈ ਕ੍ਰਿਜ਼ਮੈਟਿਕ ਪਰਸਨੈਲਿਟੀ, ਵਧੀਆ ਬੁਲਾਰਾ ਓਰੇਟਰ ਹੋਵੇ, ਪਰ ਇਦਾਂ ਦਾ ਬੰਦਾ ਹੋਵੇ ਜਿਹਨੂੰ ਤੁਸੀਂ ਕੰਟਰੋਲ ਕਰ ਸਕੋ, ਆਪਣੇ ਮੁਤਾਬਿਕ ਨਚਾ ਸਕੋ। ਯਾਨੀ ਕਿ ਇੱਕ ਕਠਪੁਤਲੀ ਚਾਹੀਦੀ ਹੈ ਤੁਹਾਨੂੰ ਅੱਗੇ, ਤੇ ਪਿੱਛੇ ਕੋਈ ਹੋਰ ਹੈ ਜਿਹੜਾ ਉਸ ਕਠਪੁਤਲੀ ਦਾ ਤਮਾਸ਼ਾ ਕਰਦਾ ਹੈ। ਜੀ ਸਿੱਖੋ ਸਾਹਿਬ। ਇਹ ਦੇਖੋ ਦੋ ਤਰੀਕੇ ਹੁੰਦੇ ਆ ਸਿਸਟਮ ਦੇ ਵਿੱਚ ਜਿਹੜਾ ਚੱਲਦਾ। ਇੱਕ ਤਾਂ ਹੁੰਦੇ ਲੋਕ ਹੁੰਦੇ ਆ, ਇੱਕ ਹੁੰਦੇ ਆ ਪੋਲੀਟੀਸ਼ੀਅਨ। ਜੀ ਪੋਲੀਟੀਸ਼ੀਅਨ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਆ ਜੀ, ਉਹਨਾਂ ਨੂੰ ਚੁਣਦੇ ਆ। ਤੁਸੀਂ ਇਸ ਸਾਰੇ ਸਿਸਟਮ 'ਚ ਲਾਗੂ ਨਹੀਂ ਹੁੰਦੀ। ਕੋਈ ਸਿਸਟਮ ਹੈਗੇ ਆ ਕਿ ਪੋਲੀਟੀਸ਼ੀਅਨ ਦੇ ਉੱਤੇ ਉਂਗਲ ਜਦੋਂ ਰੱਖੀ ਜਾਂਦੀ ਆ, ਜਾਂ ਉਹਨੇ ਥੋੜਾ ਬਹੁਤਾ ਵੀ ਕਿਤੇ ਕੋਈ ਥੋੜਾ ਬਹੁਤਾ ਵੀ ਮਾੜਾ ਮੋਟਾ ਉੱਤੇ ਪੁਆਇੰਟ ਆਊਟ ਹੋ ਗਿਆ ਤਾਂ ਸਾਰੀ ਉਮਰ ਲਈ ਰਾਜਨੀਤੀ 'ਚੋਂ ਬਾਹਰ ਹੋ ਜਾਂਦਾ। ਜੀ ਉਹ ਇੱਕ ਸਮਾਜ ਇਹ ਵੀ ਹੈਗਾ ਜਿਹੜਾ ਜਿਹਨੂੰ ਆਪਾਂ ਡਿਵੈਲਪ ਸਿਸਟਮ ਕਹਿੰਦੇ ਆ, ਜਿੱਥੇ ਬਹੁਤ ਡੈਲੀਕੇਟ ਜਿਹੜਾ ਹੁੰਦਾ ਡਿਫਰੈਂਸ ਹੁੰਦਾ ਕਿ ਲੋਕਾਂ ਦੇ ਵਿਸ਼ਵਾਸ ਦਾ ਤੇ ਲੋਕਾਂ ਦੀ ਬੇਵਿਸ਼ਵਾਸੀ ਦਾ। ਜੀ ਇਹ ਵਰਗੇ ਨਿਜ਼ਾਮ ਦੇ ਵਿੱਚ ਅਸੀਂ ਖੁਦ ਹੀ ਜਿਹੜਾ ਕੋਈ ਵੀ ਕੰਮ ਸਾਡੇ ਕੋਲ ਕਿਸੇ ਨੇ ਕਰਾਉਣਾ ਹੋਵੇ ਤੇ ਜਿੰਨਾ ਚਿਰ ਸਾਨੂੰ ਡੰਡੇ ਦਾ ਡਰ ਨਹੀਂ ਹੁੰਦਾ, ਚਾਹੇ ਲਾਲਚ ਨਹੀਂ ਹੁੰਦਾ, ਉਹਨਾਂ ਚਿਰ ਅਸੀਂ ਅਗਲੇ ਪਾਸੇ ਵੱਲ ਨਹੀਂ ਤੁਰਦੇ। ਜੀ ਪਰ ਜਦੋਂ ਇਹਦੇ ਵਿੱਚ ਆਣ ਕੇ ਤੁਹਾਡੀਆਂ ਆ ਕਾਰਪੋਰੇਸ਼ਨਸ ਆ ਜਾਂਦੀਆਂ ਵਾ, ਜਾਂ ਮੀਡੀਆ ਆ ਜਾਂਦਾ ਵਾ, ਜਾਂ ਦੂਸਰਾ ਇਸੇ ਕਰਕੇ ਜਿਹੜਾ ਖਾਸ ਕਰਕੇ ਡੈਮੋਕ੍ਰੇਸੀ ਦਾ ਸਭ ਤੋਂ ਵੱਡਾ ਚੈਲੰਜ ਆ ਉਹ ਡਿਵੈਲਪਿੰਗ ਕੰਟਰੀ ਕੀ ਰਹਿ ਗਿਆ, ਇੰਡੀਆ ਹੀ ਰਹਿ ਗਿਆ। ਹੁਣ ਪਾਕਿਸਤਾਨ 'ਚ ਡੈਮੋਕ੍ਰੇਸੀ ਕਾਹਦੀ ਆ? ਇਮਰਾਨ ਖਾਨ ਨੇ ਫੜ ਕੇ ਅੰਦਰ ਦਿੱਤਾ ਵਾ, ਉਹ ਤਾਕਤ ਆ ਜਾਊਗਾ। ਨਵਾਜ਼ ਸ਼ਰੀਫ ਨੂੰ ਦੇ ਦਿੱਤਾ ਸੀਗਾ। ਉਹ ਤੋਂ ਪਹਿਲਾਂ ਹੁੰਦਾ ਸੀ ਉਹ ਜਿਹੜਾ ਜਰਨੈਲ ਹੁੰਦਾ ਸੀ ਪਰਵੇਜ਼, ਉਹ ਮਰਿਆ ਮੇਰੇ ਖਿਆਲ ਉੱਥੇ ਜਾ ਕੇ ਵੈਸਟ ਏਸ਼ੀਆ 'ਚ ਉਹਦੀ ਡੈਥ ਹੋਈ, ਮੁੜ ਕੇ ਬੋਡੀ ਵੀ ਨਹੀਂ ਵਾਪਸ ਆਈ ਇੱਥੇ ਉਹਦੀ। ਜੀ ਇਹੀ ਡੈਮੋਕ੍ਰੇਸੀ ਨਾ, ਹੋਰ ਡੈਮੋਕ੍ਰੇਸੀ ਹੈ ਕਿੱਥੇ ਆ? ਥੋੜੀ ਬਹੁਤੀ ਜੇ ਆਸ ਹੈਗੀ, ਲੈਟਨ ਅਮਰੀਕਾ ਦੇ ਵਿੱਚ ਵੀ ਹੋਰ ਕਈ ਕਿਸਮ ਦੀ ਸਮੱਸਿਆ ਹੈ। ਤਾਂ ਖਾਸ ਕਰਕੇ ਜਿਹੜਾ ਇਸ ਵੇਲੇ ਏਜੰਡਾ ਹੈਗਾ ਕਿ ਤੁਸੀਂ ਬਿਜ਼ਨਸਮੈਨ ਨੂੰ ਧੱਕੋ ਅਗਲੇ ਪਾਸੇ। ਮਲਟੀਨੈਸ਼ਨਲ ਕਾਰਪੋਰੇਸ਼ਨ ਸਟੇਟ ਵਿਦਨ ਸਟੇਟ ਆ, ਉਹ ਲਾਰਜਰ ਦੈਨ ਸਟੇਜ ਹੈਗੀਆਂ ਵਾ। ਮਲਟੀਨੈਸ਼ਨਲ ਕਾਰਪੋਰੇਸ਼ਨ ਜਾਂ ਡਿਕਟੇਟ ਕਰਦੀਆਂ ਟਰਮਸ, ਜਾਂ ਉਹਦੇ ਵਿੱਚ ਜਾਂ ਹੋਰ ਇੰਸਟੀਟਿਊਸ਼ਨ ਹੈਗੀਆਂ, IMF ਵਾਲਾ ਹੈਗਾ ਵਾ, ਚਾਹੇ WTO ਵਾਲਾ ਹੈਗਾ ਵਾ, ਜਾਂ ਹੋਰ ਇਸ ਕਿਸਮ ਦੀਆਂ ਇੰਸਟੀਟਿਊਸ਼ਨ ਹੈਗੀਆਂ ਜਿਹੜੀਆਂ ਡਿਕਟੇਟ ਕਰਦੀਆਂ। ਕਠਪੁਤਲੀਆਂ ਵਾ। ਇਹਨਾਂ ਲੀਡਰਾਂ ਨੂੰ ਸਿਰਫ ਤਾਕਤ ਚਾਹੀਦੀ ਆ, ਕਿਤੇ ਵੀ ਰਜਿਸਟ ਨਹੀਂ ਕਰਦੇ। ਇਸ ਇਹ ਬਹੁਤ ਸੀਰੀਅਸ ਕ੍ਰਾਈਸਿਸ ਆ। ਇਹ ਠੀਕ ਆ ਕਿ ਜਿਹੜਾ ਕੈਪੀਟਲਿਜ਼ਮ ਦਾ ਕ੍ਰਾਈਸਿਸ ਇੱਕ ਆਪਣੇ ਆਪ 'ਚ ਇਨਬਿਲਟ ਕ੍ਰਾਈਸਿਸ ਹੈ, ਬਹੁਤ ਲੰਮਾ ਸਮਾਂ ਸਸਟੇਨ ਨਹੀਂ ਕਰਦਾ, ਵੇ ਆਊਟ ਲੱਭਦਾ। ਬਸ ਹੈ ਇਸ ਵੇਲੇ ਫਿਰ ਸੀਰੀਅਸ ਕ੍ਰਾਈਸਿਸ ਦੇ ਵਿੱਚ। ਜੀ ਜਿਸ ਤਰ੍ਹਾਂ ਡਿਪਰੈਸ਼ਨ ਹੁੰਦੀ ਆ, ਮਹਿੰਗਾਈ ਨਹੀਂ ਰੁਕ ਰਹੀ, ਜਾਂ ਕਈ ਕਿਸਮ ਦੇ ਡਿਪਰੈਸ਼ਨ ਆਉਂਦੇ, ਅਨਪਲਾਈਮੈਂਟ ਨਹੀਂ ਹੈਗੀ, ਅਲਟੀਮੇਟਲੀ ਹੋਊਗੀ ਇਹਦੇ ਵਿੱਚੋਂ ਆਉਣ ਕੇ। ਤਾਂ ਸਾਡੇ ਲਈ ਇਹ ਹੋ ਜਾਂਦਾ ਕਿ ਜਦੋਂ ਬਿਜ਼ਨਸਮੈਨ ਆ ਜਾਂਦੇ ਆ, ਜਾਂ ਹੋਰ ਆ ਜਾਂਦੇ ਆ, ਜਾਂ ਮਗਲੇ ਪਾਸੇ ਲੌਬੀਜ਼ ਆ ਜਾਂਦੀਆਂ ਵਾ, ਜਾਂ ਜਿਸ ਕਿਸਮ ਦਾ ਏਜੰਡਾ ਬਣਦਾ ਵਾ, ਦੇਖਦੇ ਨਾ ਪੋਲੀਟੀਕਲ ਪਾਰਟੀਆਂ ਨੂੰ ਹਾਇਰ ਕਰਨੇ ਪੈਂਦੇ ਆ। ਕੋਈ ਆਪਣਾ ਸੀ ਉਹ ਮੇਰੇ ਖਿਆਲ ਜਿਹੜਾ ਬਿਹਾਰ ਤੋਂ ਸੀਗਾ, ਉਹਨੂੰ ਹਾਇਰ ਕਰਦੇ ਸੀਗੇ ਵੀ ਤੂੰ ਸਾਨੂੰ ਕੈਂਡੀਡੇਟ ਦੱਸ, ਬਈ ਤੂੰ ਸਾਨੂੰ ਜਿਹੜਾ ਪਤਾ ਦੱਸ ਕਿਹਨੂੰ ਅਸੀਂ ਟਿਕਟ ਦਈਏ ਕਿਹਨੂੰ ਨਾ ਦਈਏ। ਪੈਸੇ ਲੈ ਕੇ ਕੰਮ ਕਰਦੇ ਆ। ਜੀ ਇਹਦਾ ਮਤਲਬ ਇਹ ਬੈਂਕਰਪਸੀ ਹੈਗੀ ਆ। ਸਭ ਤੋਂ ਵੱਡੀ ਸਮੱਸਿਆ ਸਾਡੀ ਹੈਗੀ ਆ ਕਿ ਜਿਹੜਾ ਸਾਡਾ ਪਾਰਟੀ ਸਿਸਟਮ ਆ ਉਹ ਕਲੈਪਸ ਹੋ ਗਿਆ। ਪਾਰਟੀ ਨਿਜ਼ਾਮ ਆ ਜਿਹਨੇ ਲੋਕਾਂ ਤੇ ਸਰਕਾਰ ਦੇ ਵਿੱਚ ਇੱਕ ਲਿੰਕ ਬਣਨਾ ਸੀਗਾ। ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਦੀ ਇਹ ਫਰਜ਼ ਬਣਦੀ ਸੀ, ਪਰ ਪਾਰਟੀ ਦੇ ਲੀਡਰ ਹੈ ਕਿੱਥੇ ਆ? ਬਿਲਕੁਲ ਕਿਸੇ ਵੀ ਪਾਰਟੀ 'ਚ ਨਹੀਂ ਆ। ਜੇ ਰੂਲਿੰਗ ਪਾਰਟੀ BJP ਹੈਗੀ ਆ, ਉਹ ਇਸ ਕਰਕੇ ਪਾਵਰ ਦੇ ਵਿੱਚ ਆ ਕਿ ਉਹਦਾ ਪਾਰਟੀ ਸਟਰਕਚਰ, ਖਾਸ ਕਰਕੇ RSS ਦਾ ਢਾਂਚਾ ਬਹੁਤ ਵੱਡਾ ਹੈ। ਹੋਰ ਜਥੇਬੰਦੀਆਂ ਉਹਦੇ ਕੋਲ ਬਹੁਤ ਹੈਗੀਆਂ। ਕਾਂਗਰਸ ਨੂੰ ਕਿਉਂ ਮਾਰ ਪਈ ਇੰਦਰਾ ਤੋਂ ਬਾਅਦ? ਕਿ ਇਹ ਪਾਰਟੀ ਵਾਲੇ ਪਾਸੇ ਗਏ ਨਹੀਂ, ਇਹ ਤਾਕਤ ਵਾਲੇ ਪਾਸੇ ਰਹੇ। ਜੀ ਕਰਕੇ ਉਹ ਅਲਟੀਮੇਟਲੀ ਉਹਦਾ ਸਾਰਾ ਸਿਸਟਮ ਕਲੈਪਸ ਹੋ ਗਿਆ। ਤਾਂ ਇਸ ਕਰਕੇ ਵੈਕਿਊਮ ਹੈ ਪੋਲੀਟੀਕਲ ਲੀਡਰ ਦੀ ਕ੍ਰੈਡੀਬਿਲਿਟੀ। ਤੁਸੀਂ ਇਹ ਦੱਸੋ, ਕੋਈ ਵੀ ਕ੍ਰੈਡੀਬਲ ਲੀਡਰ ਜਿਹੜਾ ਪੰਜਾਬ ਦੇ ਵਿੱਚ ਕਿਸੇ ਪਾਰਟੀ ਦਾ ਦੱਸੋ ਜਿਹਨੂੰ ਲੋਕਾਂ ਨੂੰ ਵਿਸ਼ਵਾਸ ਹੋਣਗੇ। ਜਿਸ ਸਮੇਂ ਕਹਿੰਦੇ ਤੇ ਕੈਰੋਂ ਸਾਹਿਬ ਹੁੰਦੇ ਸੀਗੇ, ਜਾਂ ਲਛਮਣ ਸਿੰਘ ਗਿੱਲ ਵਰਗੇ ਹੁੰਦੇ ਸੀਗੇ, ਜਾਂ ਗਿਆਨੀ ਜੈਲ ਸਿੰਘ ਸੀਗਾ, ਜਾਂ ਆਪਾਂ ਦਰਬਾਰਾ ਸਿੰਘ ਦੀ ਗੱਲ ਕਰ ਲਈਏ, ਜਾਂ ਈਵਨ ਜਿਹੜਾ ਹੈਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀਗੇ, ਹਾਂ ਉਹ ਤਾਂ ਨਹੀਂ ਹੈਗੇ। ਹੁਣ ਕਿਹੜਾ ਲੀਡਰ ਆ? ਕੀ ਲੋਕੀ ਅਮਰਿੰਦਰ ਸਿੰਘ ਤੇ ਯਕੀਨ ਕਰਨਗੇ? ਕੀ ਜਿਹੜਾ ਹੋਰ ਜਿਹੜਾ ਹੈਗਾ ਹੋਰ ਕਾਂਗਰਸ ਦਾ ਪ੍ਰੋਮੀਨੈਂਟ ਲੀਡਰ ਹੈ, ਦੋਹਰੀ ਚੀਫ ਮਿਨਿਸਟਰ ਰਿਹਾ, ਨਹੀਂ ਕਰਦੇ ਲੋਕ। ਪਾਰਟੀਆਂ ਛੱਡ ਕੇ ਦੂਸਰੇ ਪਾਸੇ ਵੱਲ ਚੱਲ ਜਾਂਦੇ ਆ। ਤਾਂ ਮੇਰਾ ਕਹਿਣ ਤੋਂ ਭਾਵ ਇਹ ਹੈਗਾ ਵਾ ਕਿ ਇਹ ਤਾਂ ਹੈਗਾ ਹੀ ਹੈਗਾ। ਇਹ ਖੇਲਾ ਸਿਰਫ ਇਹ ਜਿਹੜੀਆਂ ਇਹ ਇਹਨਾਂ ਦਾ ਆਰਗੇਨਾਈਜੇਸ਼ਨ ਦਾ ਨਹੀਂ ਹੈ, ਖੇਲਾ ਹੋਰ ਵੀ ਬਹੁਤ ਆ। ਉਹਦੇ ਵਿੱਚ ਖਾਸ ਕਰਕੇ ਜਿਹੜਾ ਕਰਪਸ਼ਨ ਵਾਲਾ ਐਲੀਮੈਂਟ ਹੈਗਾ, ਜਾਂ ਖਾਸ ਕਰਕੇ ਜਿਹੜਾ ਤੁਹਾਡਾ ਹੁੰਦਾ ਮੁੱਖ ਮੁਕਈਆ ਜਿਹੜਾ ਪਰਸੈਂਟੇਜ ਵਾਲਾ ਐਲੀਮੈਂਟ ਜਿਹੜਾ ਹੈਗਾ, ਜਾਂ ਜਿਸ ਤਰੀਕੇ ਨਾਲ ਇਹ ਆਰਗੇਨਾਈਜੇਸ਼ਨ ਸੁਪਰ ਸਟਰਕਚਰ ਕੰਮ ਕਰਦੀਆਂ ਵਾ, ਪਰਵਾਹ ਹੀ ਨਹੀਂ ਕਰਦੀਆਂ। ਇਹ ਇੰਨੀਆਂ ਤਾਕਤਵਰ ਹੈਗੀਆਂ ਆਰਗੇਨਾਈਜੇਸ਼ਨ ਹੈਗੀਆਂ ਵੀ ਇਹ ਰਾਜ ਪਲਟੇ ਵੀ ਲਿਆ ਸਕਦੀਆਂ ਵਾ।
ਚਾਹੇ ਉਹ ਮੀਡੀਆ ਥਰੂ ਲਿਆ ਦੇਣ, ਚਾਹੇ ਹੋਰ ਕਿਸੇ ਤਰੀਕੇ ਨਾਲ ਲਿਆ ਦੇਣ, ਚਾਹੇ ਪਬਲਿਕ ਓਪੀਨੀਅਨ ਤਿਆਰ ਕਰਕੇ ਲਿਆ ਦੇਣ। ਤਾਂ ਇਹ ਚੈਲੰਜ ਹੈਗਾ, ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਆ ਕਿ ਇਸ ਵੇਲੇ ਸਾਡੇ ਸਾਹਮਣੇ ਜਾਂ ਡੈਮੋਕ੍ਰੇਸੀ ਨੂੰ ਜਾਂ ਇੰਡੀਅਨ ਸਿਸਟਮ ਦੇ ਵਿੱਚ ਮਲਟੀਪਲ ਚੈਲੰਜਸ ਹੈਗੇ ਆ। ਜੀ ਚੈਲੰਜ ਕਮਿਊਨਲਿਜ਼ਮ ਦਾ ਨਹੀਂ ਹੈ, ਜਾਂ ਕਾਸਟਿਜ਼ਮ ਦਾ ਨਹੀਂ ਹੈ, ਜਾਂ ਮਨੀ ਦਾ ਨਹੀਂ ਹੈ, ਜਾਂ ਮਸਲ ਦਾ ਨਹੀਂ ਹੈ, ਜਾਂ ਗੁੰਡਾਗਰਦੀ ਦਾ ਨਹੀਂ ਹੈ। ਚੈਲੰਜ ਇਸ ਵੇਲੇ ਜਿਹੜਾ ਕ੍ਰਾਈਸਿਸ ਕ੍ਰੀਏਟ ਕੀਤਾ ਜਾ ਰਿਹਾ ਵਾ, ਚਾਹੇ ਉਹ ਅਨਪਲਾਇਮੈਂਟ ਦਾ ਕ੍ਰਾਈਸਿਸ ਹੈਗਾ, ਚਾਹੇ ਇੱਥੋਂ ਜਿਹੜੀ ਲੋਕਾਂ ਦੀ ਮਾਈਗ੍ਰੇਸ਼ਨ ਹੋ ਰਹੀ ਹੈ। ਤੁਸੀਂ ਦੇਖੋ ਲੋਕੀ ਛੱਡ ਕੇ ਜਾ ਰਹੇ ਆ, ਲੋਕਾਂ ਦਾ ਸੰਸਥਾਵਾਂ ਤੋਂ ਵਿਸ਼ਵਾਸ, ਆਪਣੀਆਂ ਐਜੂਕੇਸ਼ਨ ਇੰਸਟੀਟਿਊਟ ਤੋਂ ਵਿਸ਼ਵਾਸ ਥੱਲੇ ਹੋ ਰਿਹਾ। ਜੀ ਲੋਕਾਂ ਦਾ ਜਿਹੜਾ ਹੈਗਾ ਵਾ ਲਾ ਐਂਡ ਆਰਡਰ ਤੋਂ ਵਿਸ਼ਵਾਸ ਘਟ ਰਿਹਾ ਵਾ। ਕਰਪਸ਼ਨ, ਮੈਂ ਤੇ ਆਣ ਕੇ ਹੈਰਾਨ ਹੋਇਆ ਕਿ ਜਿੰਨੇ ਪਹਿਲੇ ਸਮੇਂ 'ਚ ਚਲੋ ਸਰਕਾਰ ਇਹ ਕਰ ਰਹੀ ਆ, ਜਿਸ ਇਹ ਸੁਣਿਆ ਸੀ ਕਿ ਉਲਟੀ ਵਾੜ ਖੇਤ ਨੂੰ ਖਾਵੇ। ਪੁਲਿਸ ਦੀ ਜ਼ਿੰਮੇਵਾਰੀ ਆ ਕਰਪਸ਼ਨ ਬੰਦ ਕਰਨ ਦੀ, ਤੇ ਪੁਲਿਸ ਦੇ ਅਫਸਰ ਹੀ ਜਿਹੜੇ ਹੈਗੇ ਆ ਉਹ ਰੋਜ਼ ਇੱਕ ਦੋ ਜਿਹੜਾ ਫੜਿਆ ਜਾ ਰਿਹਾ, ਡੀਐਸਪੀ ਤੱਕ ਫੜਿਆ ਰਿਹਾ, ਕੋਈ ਆਈਜੀ ਫੜ ਰਿਹਾ, ਕੋਈ ਐਸਪੀ ਫੜੇ ਰਿਹਾ, ਉਹ ਇਨਵੋਲਵਡ ਹੈਗੇ ਆ। ਤੇ ਜਦੋਂ ਹਾਲਾਤ ਇਹ ਹੋ ਜਾਣ, ਗਰੀਡ ਹੋ ਜਾਵੇ, ਤੇ ਫਿਰ ਇਹ ਸਾਰੇ ਐਲੀਮੈਂਟ ਜਿਹੜੇ ਆ ਬਹੁਤ ਵੱਡਾ ਚੈਲੰਜ ਲੋਕਾਂ ਲਈ ਕਰਦੇ ਆ। ਹੁਣ ਇੱਕੋ ਹੀ ਸਾਧਨ ਰਹਿ ਜਾਂਦਾ ਵੀ ਲੋਕ ਕਿੱਦਾਂ ਇਕੱਠੇ ਹੋ ਸਕਦੇ ਆ, ਲੋਕ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਕਿੱਦਾਂ ਸਾਰੇ ਚੈਲੰਜਸ ਨੂੰ ਆਪਣੇ ਤੌਰ ਦੇ ਉੱਤੇ ਜਿਹੜਾ ਹੈਗਾ ਕਨਫਰੰਟ ਕਰ ਸਕਦੇ ਆ। ਮੈਨੂੰ ਲੱਗਦਾ ਕਿ ਜੇ ਸਾਨੂੰ ਆਸ ਹੈਗੀ ਆ ਇਸ ਦੇਸ਼ ਦੇ ਵਿੱਚ ਇੰਡੀਅਨ ਡੈਮੋਕ੍ਰੇਸੀ ਦੇ ਸਰਵਾਈਵ ਕਰਨ ਦੀ, ਭਾਈਚਾਰੇ ਦੇ ਸਰਵਾਈਵ ਕਰਨ ਦੀ, ਜਿਹੜਾ ਰੋਲ ਮੀਡੀਆ ਪਲੇ ਕਰ ਰਿਹਾ ਵਾ ਉਹ ਤੋਂ ਲਾਂਭੇ ਜਾ ਕੇ ਆਲਟਰਨੇਟਿਵ ਮੀਡੀਆ ਵੀ ਹੈਗਾ ਸਾਡੇ ਕੋਲ। ਤੁਸੀਂ ਦੇਖੋ ਨਾ, ਵਾਇਰ ਵਾਲੇ ਹੈਗੇ ਆ, ਪ੍ਰਿੰਟ ਵਾਲੇ ਹੈਗੇ ਆ, ਨਿਊਜ਼ ਕਲਿੱਕ ਵਾਲੇ ਹੈਗੇ ਆ, ਜਾਂ ਇਸ ਤਰੀਕੇ ਨਾਲ ਹੋਰ ਚੈਨਲਸ ਹੈਗੇ ਆ, ਹੋਰ ਪੱਤਰਕਾਰ ਹੈਗੇ ਆ। ਉਹਨਾਂ ਦੀ ਕ੍ਰੈਡੀਬਿਲਿਟੀ ਜਿਹੜੀ ਉਹ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਹੈਗੀ ਆ। ਜੀ ਇਹ ਇੱਕ ਕਿਸਮ ਦਾ ਹੋਪ ਵੀ ਸਾਨੂੰ ਦਿੰਦਾ ਵਾ, ਪਰ ਆਲ ਡਿਪੈਂਡਸ ਅਪਨ ਦੈਟ ਕਿ ਲੋਕੀ ਇਸ ਸਿਚੁਏਸ਼ਨ ਨੂੰ ਖਾਸ ਕਰਕੇ ਜਦੋਂ ਅਗਲੇ ਸਮੇਂ ਤਾਕਤ ਚੇਂਜ ਹੋਣੀ ਆ ਉਦੋਂ ਕਿਵੇਂ ਰਿਸਪੌਂਡ ਕਰਦੇ ਆ। ਸਾਰਾ ਕੁਝ ਦਰਮਦਾਰ ਉਹਦੇ ਉੱਤੇ ਨਿਰਭਰ ਕਰਦਾ। ਸੋ ਸੇਖੋ ਸਾਹਿਬ, ਇਹ ਜੋ ਐਕਸਪਰਟਸ ਦੀ ਰਾਏ ਹੈ ਡਰਟੀ ਪੋਲਿਟਿਕਸ ਬਾਰੇ, ਇਸ ਦਾ ਤੁਸੀਂ ਨਿਚੋੜ ਕੱਢ ਕੇ ਸਾਨੂੰ ਦਿੱਤਾ, ਔਰ ਉਹ ਨਿਚੋੜ ਇਹ ਨਿਕਲਦਾ ਕਿ ਜਿਹੜਾ ਕੰਪੀਟੀਸ਼ਨ ਦਾ ਮਾਹੌਲ ਹੁੰਦਾ ਉਹ ਇੱਕ ਤਰ੍ਹਾਂ ਨਾਲ ਜੰਗਲ ਦਾ ਲਾਅ ਹੈ, ਪਰ ਜਦੋਂ ਸਿਵਲਾਈਜੇਸ਼ਨ ਦੀ ਅਸੀਂ ਗੱਲ ਕਰਦੇ ਹਾਂ ਉਹਦੇ ਵਿੱਚ ਅਸੀਂ ਕੋਆਪਰੇਸ਼ਨ ਦੀ ਗੱਲ ਕਰਾਂਗੇ। ਲੋਕਾਂ ਦਾ ਮਿਲ ਜੁਲ ਕੇ ਇੱਕ ਦੂਸਰੇ ਵਾਸਤੇ ਜੋ ਸਾਥ ਬਣਦਾ ਹੈ ਔਰ ਮਿਲ ਕੇ ਇੱਕ ਦੂਜੇ ਦੇ ਸੁੱਖ ਦੁੱਖ ਦੇ ਸਾਥੀ ਬਣਨਾ, ਇਹ ਹੈ ਸਿਵਲਾਈਜੇਸ਼ਨ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਤੁਸੀਂ ਇਸ ਵਿਸ਼ੇ ਦੇ ਉੱਤੇ ਸਾਨੂੰ ਐਨਲਾਈਟਨ ਕੀਤਾ। ਅਸੀਂ ਹੋਰ ਵਿਸ਼ੇ ਲੈ ਕੇ ਤੁਹਾਡੇ ਤੱਕ ਪਹੁੰਚ ਜ਼ਰੂਰ ਕਰਾਂਗੇ ਸੇਖੋ ਸਾਹਿਬ। ਥੈਂਕ ਯੂ ਸੋ ਮਚ ਸੇਖੋ ਸਾਹਿਬ। ਸ਼ੁਕਰੀਆ ਜੀ, ਸ਼ੁਕਰੀਆ। ਅਸੀਂ ਗੁਜ਼ਾਰਿਸ਼ ਕਰਦੇ ਹਾਂ ਆਪਣੇ ਦਰਸ਼ਕਾਂ ਨੂੰ ਕਿ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।